ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੇ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ। ਬਾਨ ਜੇ ਸਰਬ ਵਿਕਾਰ। ਕਰ ਤਿਹ ਓਟ ਬਚਾਏ ਕਾ। ਕਹਾਂ ਕਥਾ ਸੁਖ ਸਾਰ। ਸ੍ਰੀ ਗੁਰ ਪਗ ਕਰ ਸਿਪਰ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਨਿਤਨੇਮ ਨਾਲ ਹੀ ਗੁਰੂ ਸਾਹਿਬ ਜੀ ਦੇ ਸੰਧਿਆ ਦੇ ਸਮੇਂ ਦੇ ਦਰਬਾਰ ਦੀਵਾਨ ਸਜਦੇ ਹਨ। ਧੁਰ ਕੀ ਬਾਣੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਆਪ ਸੰਗਤਾਂ ਨੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਉਸ ਤੋਂ ਉਪਰੰਤ ਜੋ ਆਪਾਂ ਨਿਤਨੇਮ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਜਦੋਂ ਭਗਵਾਨ ਨੇ ਨਰਸਿੰਘ ਰੂਪ ਧਾਰ ਕੇ ਹਰਨਾਕਸ਼ ਨੂੰ ਜਿਹੜਾ ਨਾਸ ਕੀਤਾ, ਖਤਮ ਕੀਤਾ,
ਜਿਹੜੇ ਦੁਸ਼ਟ ਹਰਨਾਕਸ਼ ਸੀ ਦੈਂਤ, ਉਹਨਾਂ ਦਾ ਖਾਤਮਾ ਕੀਤਾ, ਭਗਤ ਦੀ ਰੱਖਿਆ ਕੀਤੀ। ਤੇ ਫਿਰ ਜਦੋਂ ਉਹ ਗੁੱਸਾ ਜਿਹੜਾ ਸ਼ਾਂਤ ਨਹੀਂ ਸੀ ਹੁੰਦਾ, ਤੇ ਪ੍ਰਹਿਲਾਦ ਭਗਤ ਜੀ ਦੇ ਕਹਿਣੇ ਕਰਕੇ ਉਹ ਗੁੱਸਾ ਸ਼ਾਂਤ ਹੋਇਆ। ਫਿਰ ਕਿਹਾ ਵੀ ਇਹ ਭਗਤ ਪ੍ਰਹਿਲਾਦ, ਤੂੰ ਜੋ ਕੁਝ ਵੀ ਮੰਗਣਾ ਹੈ ਮੇਰੇ ਪਾਸੋਂ ਮੰਗ। ਐਸੀ ਕੋਈ ਅਦੇਹ ਵਸਤੂ ਨਹੀਂ ਹੈ ਨਾ ਦੇਣ ਵਾਲੀ ਜਿਹੜੀ ਤੁਹਾਨੂੰ ਦੇ ਨਾ ਸਕੀਏ। ਨਿਸ਼ਚਿੰਤ ਹੋ ਕੇ ਮੰਗ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਹੇ ਭਗਵਾਨ ਪਰਮੇਸ਼ਰ, ਮੇਰੀਆਂ ਤੇ ਸਾਰੀਆਂ ਕਾਮਨਾਵਾਂ ਹੀ ਨਾਸ ਹੋ ਗਈਆਂ ਤੁਹਾਡਾ ਦਰਸ਼ਨ ਕਰਕੇ, ਹੁਣ ਕੀ ਮੰਗਣਾ ਹੈ। ਜਿਹੜੇ ਕੋਈ ਭਗਤ ਇਹ ਸੰਸਾਰ 'ਤੇ ਅਖਵਾਉਂਦੇ ਆਪਣੇ ਆਪ ਨੂੰ, ਭਗਤ ਖਵਾ ਕੇ ਤੇ ਕਾਮਨਾ ਦੇ ਸਹਿਤ ਹੋ ਕੇ ਤੁਹਾਡੀ ਸੇਵਾ ਕਰਦੇ ਹੈ, ਤੁਹਾਡੀ ਭਗਤੀ ਕਰਦੇ ਹੈ, ਇਹ ਭਗਵਾਨ ਉਹ ਤੇ ਬਾਣੀਏ ਸਮਾਨ ਹੈ। ਜਿਵੇਂ ਬਾਣੀਏ ਦੀ ਹੱਟੀ ਵਿੱਚ ਬਹੁਤ ਸਮਾਨ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਹੀ ਉਹ ਭਗਤ ਹਨ ਜਿਨ੍ਹਾਂ ਦੇ ਅੰਦਰ ਕਾਮਨਾ ਹੀ ਕਾਮਨਾ ਭਰੀਆਂ ਹੋਈਆਂ। ਸਾਡੀ ਤਾਂ ਕੋਈ ਕਾਮਨਾ ਨਹੀਂ ਹੈ, ਪਰ ਭਗਵਾਨ ਜੀ ਹੱਸ ਕੇ ਬੋਲੇ ਹੈ, ਕਹਿੰਦੇ ਵੀ ਹੈ ਪ੍ਰਹਿਲਾਦ, ਤੂੰ ਮੇਰਾ ਪੂਰਾ ਭਗਤ ਹੈ, ਤੂੰ ਸਾਡੇ ਪ੍ਰਸੰਨਤਾ ਵਾਸਤੇ ਤੂੰ ਕੁਝ ਨਾ ਕੁਝ ਫਿਰ ਵੀ ਮੰਗ। ਪਰ ਜਦੋਂ ਕਹਿੰਦੇ ਵੀ ਮੈਂ ਇੱਕੋ ਹੀ ਮੰਗ ਕਰਦਾ ਭਗਵਾਨ ਜੀ, ਮੇਰੀਆਂ ਸਾਰੀਆਂ ਕਾਮਨਾਵਾਂ ਹੀ ਨਾਸ ਹੋ ਜਾਣ, ਕੋਈ ਕਾਮਨਾ ਨਾ ਮੇਰੇ ਹਿਰਦੇ 'ਚ ਰਹਿ ਜੇ। ਤੇ ਕਹਿੰਦੇ ਆ ਵੀ ਹਾਂ ਉਹ ਤੇ ਭਗਤ ਜੀ ਅਸਾਂ ਨੇ ਕਰ ਹੀ ਦਿੱਤੀਆਂ ਨਾਸ ਤੁਹਾਡੀਆਂ ਕਾਮਨਾਵਾਂ। ਠੀਕ, ਜੇ ਤੁਸੀਂ ਨਹੀਂ ਕੁਝ ਮੰਗਣਾ, ਅਸੀਂ ਆਪਣੇ ਵੱਲੋਂ ਦਿੰਦੇ ਹਾਂ ਵੀ ਦੋਵਾਂ ਲੋਕਾਂ ਦਾ ਤੁਸੀਂ ਸੁੱਖ ਭੋਗੋ, ਇੱਥੇ ਵੀ ਰਾਜ ਭਾਗ ਕਰੋ ਦੈਂਤਾਂ ਦੇ ਰਾਜ ਉੱਪਰ, ਤੇ ਅਖੀਰੀ ਸਰੀਰ ਛੱਡਣ ਤੋਂ ਬਾਅਦ ਪਰਲੋਕ ਦਾ ਸੁੱਖ ਵੀ ਮਾਣੋ। ਫਿਰ ਭਗਤ ਪ੍ਰਹਿਲਾਦ ਜੀ ਨੇ ਕਿਹਾ ਹੈ, ਹੇ ਭਗਵਾਨ ਪਰਮੇਸ਼ਰ, ਮੇਰਾ ਪਿਤਾ ਹਰਨਾਕਸ਼ ਬਹੁਤ ਮੈਲਾ ਸੀ, ਗੰਦਾ ਸੀ, ਬੜਾ ਪਾਪੀ, ਜਿਹਨੇ ਤੁਹਾਡੇ ਨਾਲ ਧਰੋਹ ਵੈਰ ਕੀਤਾ, ਨਿੰਦਕ ਵੱਡਾ ਹੋ ਗਏ। ਮੇਰੀ ਇੱਕੋ ਹੀ ਬੇਨਤੀ ਹੈ ਵੀ ਚਲੋ ਮੈਨੂੰ ਭਾਵੇਂ ਉਸਨੇ ਕਿੰਨੇ ਤਸੀਹੇ ਦਿੱਤੇ ਹੈ ਤੇ ਮੇਰਾ ਪਿਤਾ ਹੀ ਹੈ ਮੈਨੂੰ ਜਨਮ ਦੇਣ ਵਾਲਾ। ਮੇਰੀ ਬੇਨਤੀ ਹੈ ਕਿ ਆਪ ਜੀ ਉਸ ਦੀ ਕਲਿਆਣ ਕਰ ਦਿਓ, ਮੁਕਤ ਕਰ ਦਿਓ ਭਗਵਾਨ ਜੀ। ਫਿਰ ਕਹਿੰਦੇ ਹੱਸ ਕੇ ਕਹਿੰਦੇ, ਪ੍ਰਹਿਲਾਦ, ਜਿਸ ਦੇ ਘਰ ਤੇਰੇ ਵਰਗਾ ਮੇਰਾ ਦਾਸ ਜਨਮਿਆ ਹੋਵੇ ਤੇ ਉੱਥੇ ਕਿਉਂ ਨਾ ਕੋਈ ਮੁਕਤ ਹੋਵੇ। ਉੱਥੇ ਤੇ ਸੁਭਾਵਿਕ ਹੀ ਸਾਰੇ ਮੁਕਤ ਹੈ, ਕੋਈ ਸ਼ੱਕ ਹੀ ਨਹੀਂ ਹੈ, ਤੁਹਾਡੇ ਪਿਤਾ ਹੀ ਮੁਕਤ ਕਰ ਦਿੱਤੇ ਹੈ। ਧਿਆਨ ਲਾ ਕੇ ਦੇਖੋ, ਤੁਹਾਡੀਆਂ ਦੇ ਭਗਤ ਪ੍ਰਹਿਲਾਦ ਜੀ 21 ਕੁਲਾਂ ਤਾਰ ਦਿੱਤੀਆਂ। ਗੁਰਬਾਣੀ 'ਚ ਪ੍ਰਮਾਣ ਹੈ, ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। 21 ਕੁਲਾਂ ਤਾਰ ਦਿੱਤੀਆਂ, 7 ਨਾਨਕਿਆਂ ਦੀਆਂ, 7 ਦਾਦਕੇ ਦੀਆਂ, 7 ਸਹੁਰਿਆਂ ਦੀਆਂ, ਇਹ 21 ਕੁਲਾਂ ਹੁੰਦੀਆਂ। ਇਵੇਂ ਭਗਤ ਜੀ ਨੂੰ ਅਟਲ ਪਦਵੀ ਬਖਸ਼ੀ, ਵਰ ਬਖਸ਼ ਕੇ ਫਿਰ ਅੰਤਰ ਧਿਆਨ ਹੋ ਗਏ। ਇਹ ਭਗਤ ਪ੍ਰਹਿਲਾਦ ਜੀ ਨੇ ਸਾਰਾ ਪ੍ਰਸੰਗ ਸੁਣਾ ਕੇ ਭਾਈ ਬਾਲਾ ਜੀ ਨੂੰ ਫਿਰ ਕਿਹਾ ਵੀ ਜੋ ਨਰਸਿੰਘ ਰੂਪ ਹੋ ਕੇ ਜਿਨ੍ਹਾਂ ਨੇ ਮੇਰੀ ਰੱਖਿਆ ਕੀਤੀ ਸੀ ਉਸ ਸਤਿਯੁਗ ਸਮੇਂ, ਅੱਜ ਪ੍ਰਤੱਖ ਹੀ ਮੈਨੂੰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰ ਕੇ ਦਰਸ਼ਨ ਦਿੱਤਾ ਹੈ, ਮੇਰੀ ਇੱਛਾ ਪੂਰੀ ਕੀਤੀ ਹੈ, ਅੱਜ ਮੈਂ ਸਫਲ ਹੋ ਗਿਆ ਹਾਂ। ਹੋਰ ਫਿਰ ਕੁਝ ਸਮਾਂ ਗੁਰੂ ਮਹਾਰਾਜ ਉੱਥੇ ਰਹੇ ਹੈ ਭਗਤ ਪ੍ਰਹਿਲਾਦ ਜੀ ਦੀ ਪੁਰੀ ਵਿੱਚ। ਉਸ ਤੋਂ ਬਾਅਦ ਅੱਗੇ ਜਿਹੜਾ ਚਾਲਾ ਮਾਰ ਦਿੱਤਾ। ਗੁਰਬਾਣੀ ਵਿੱਚ ਸਭ ਤੋਂ ਵੱਡਾ ਪ੍ਰਮਾਣ ਦਿੱਤਾ ਹੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਕਿਉਂ ਕਿਹਾ ਹੈ ਵੀ ਬਾਲਕ ਅਵਸਥਾ ਵਿੱਚ ਹੀ ਧਰੂ ਭਗਤ ਜੀ ਨੇ ਭਗਤੀ ਕੀਤੀ ਹੈ, ਬਾਲਕ ਅਵਸਥਾ ਵਿੱਚ ਹੀ ਪ੍ਰਹਿਲਾਦ ਭਗਤ ਜੀ ਨੇ ਭਗਤੀ ਕੀਤੀ ਹੈ। ਵੀ ਕੋਈ ਬਹਾਨਾ ਨਹੀਂ ਰਹਿਣ ਦਿੱਤਾ, ਕੋਈ ਇਹ ਨਹੀਂ ਕਹਿ ਸਕਦਾ ਵੀ ਛੋਟਾ ਹੁੰਦਾ ਬੱਚਾ ਤੇ ਜੀ ਰੱਬ ਦਾ ਰੂਪ ਹੈ, ਉਹ ਨਾ ਵੀ ਨਾ ਜਪੇ ਤਾਂ ਵੀ ਕੋਈ ਗੱਲ ਨਹੀਂ ਹੈ। ਸਾਡੇ ਇਹੀ ਬਚਨ ਹੈ ਬਹੁਤੇ ਲੋਕਾਂ ਦੇ,
ਅਜੇ ਤੇ ਜੀ ਰੱਬ ਦਾ ਰੂਪ ਹੈ, ਪਰ ਪਾਠ ਕੋਈ ਨਹੀਂ, ਸਿਮਰਨ ਕੋਈ ਨਹੀਂ, ਤੇ ਰੱਬ ਦਾ ਰੂਪ ਉਸੇ ਤਰ੍ਹਾਂ ਹੀ ਬਣਾ ਦਿੰਦੇ ਆ। ਇਸੇ ਤਰ੍ਹਾਂ ਗੁਰੂ ਜੀ ਦੇ ਸਾਹਿਬਜ਼ਾਦੇ ਛੋਟੇ 7 ਸਾਲ ਤੇ 9 ਸਾਲ, ਕਈ ਥਾਵਾਂ ਤੇ 5-7 ਸਾਲ ਲਿਖੇ ਹੋਏ ਵੀ ਉਹ ਵੀ ਤੇ ਹੈ ਛੋਟੇ ਸਨ ਉਮਰਾਂ ਵਿੱਚੋਂ, ਪਰ ਜੋ ਕਰਨੀ ਕੀਤੀ ਉਹ ਕੋਈ ਕਰ ਨਹੀਂ ਸਕਦਾ। ਇਹ ਗੁਰੂ ਘਰ ਦਾ, ਪਰਮੇਸ਼ਰ ਦੇ ਘਰ ਦਾ ਸਿਧਾਂਤ ਹੈ ਵੀ ਭਾਵੇਂ ਬਚਪਨਾ ਹੈ, ਭਾਵੇਂ ਜਵਾਨੀ ਹੈ, ਭਾਵੇਂ ਕਿਸ਼ੋਰ ਅਵਸਥਾ, ਭਾਵੇਂ ਵਡੇਪਾ, ਪਰਮੇਸ਼ਰ ਦਾ ਨਾਮ ਜਪਣਾ ਯੋਗ ਹੀ ਹੈ। ਇਹਦੇ ਵਿੱਚ ਕੋਈ ਬਹਾਨਾ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਆਪਾਂ ਕੁਝ ਦਿਨਾਂ ਤੋਂ ਭਗਤ ਪ੍ਰਹਿਲਾਦ ਦਾ ਜਿਹੜਾ ਪ੍ਰਸੰਗ ਸਰਵਣ ਕਰ ਰਹੇ ਸਾਂ, ਉਹਦੀ ਸਮਾਪਤੀ ਹੋਈ ਹੈ। ਅੱਗੇ ਜਿਵੇਂ ਕਥਾ ਵਿਚਾਰ ਅੱਜ ਦੇ ਦੀਵਾਨਾਂ ਵਿੱਚ ਆ ਰਹੀ ਹੈ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਫਰ ਸਰ। ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋ ਸੁਭਾਏਮਾਨ ਚਰਨ ਹਨ, ਉਹ ਚਰਨਾਂ ਰੂਪੀ ਆਸਰੇ ਨੂੰ ਕਹਿੰਦੇ ਮੈਂ ਆਪਣੇ ਸੀਸ ਪਰ ਢਾਲ ਵਾਂਗ ਬਣਾ ਕਰਕੇ ਮਾਨ ਜੇ ਸਰਬ ਵਿਕਾਰ। ਜਿੰਨੇ ਸਾਰੇ ਆ ਵਿਕਾਰ ਹੈ, ਚੰਗੇ ਮਾੜੇ ਗੰਦੇ ਮੰਦੇ, ਇਹ ਸਾਰੇ ਦੇ ਸਾਰੇ ਵਿਕਾਰ ਬਾਣਾ ਸਮਾਨ ਹੈ, ਤੀਰਾਂ ਵਰਗੇ ਹਨ। ਕਰ ਤਿਹ ਓਟ ਬਚਾਏ ਕੈ। ਉਹਨਾਂ ਵਿਕਾਰਾਂ ਰੂਪੀ ਬਾਣਾ ਤੋਂ ਬਚਣ ਲਈ ਮੈਂ ਗੁਰੂ ਸਾਹਿਬ ਜੀ ਦੇ ਜਿਹੜੇ ਚਰਨ ਹੈ ਢਾਲ ਵਰਗੇ, ਉਹਨਾਂ ਦਾ ਓਟ ਆਸਰਾ ਬਣਾ ਕੇ ਕਹਾਂ ਕਥਾ ਸੁਖ ਸਾਰ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਅੱਗੋਂ ਦੀ ਕਥਾ ਹੈ, ਸ੍ਰੇਸ਼ਟ ਸੁਖ ਦੇਣ ਵਾਲੀ, ਸੱਚਾ ਸੁਖ ਦੇਣ ਵਾਲੀ, ਸਾਰੇ ਸੁੱਖਾਂ ਨੂੰ ਦੇਣ ਵਾਲੀ, ਮੈਂ ਭਾਈ ਸੰਤੋਖ ਸਿੰਘ ਕਥਾ ਕਹਿੰਦਾ ਹਾਂ। ਸ੍ਰੀ ਬਾਲਾ ਸੰਦਰਵਾਚ ਚੌਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ। ਭਾਈ ਬਾਲਾ ਜੀ ਫਿਰ ਕਥਾ ਸੁਣਾਉਣੀ ਸ਼ੁਰੂ ਕੀਤੀ ਹੈ। ਕਹਿੰਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੋਂ ਦੀ ਕਥਾ ਹੈ, ਬੜੀ ਰਸੀਲੀ ਸੁੰਦਰ, ਉਹ ਸੁਣੋ ਜੀ। ਅਗਰਜ ਗਮਨੇ ਦੀਨ ਦਿਆਲਾ। ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਇਵੇਂ ਭਗਤ ਪ੍ਰਹਿਲਾਦ ਜੀ ਨਾਲ ਮਿਲ ਜੁਲ ਕੇ ਨਿਹਾਲ ਕਰਕੇ ਅੱਗੇ ਚੱਲੇ ਹਨ। ਤਬ ਮਰਦਾਨੇ ਬਚਨ ਉਚਾਰਾ। ਉਹ ਚੱਲਦਿਆਂ ਚੱਲਦਿਆਂ ਉਸ ਵੇਲੇ ਭਾਈ ਮਰਦਾਨਾ ਜੀ ਨੇ ਬਚਨ ਕਿਹਾ, ਧਰਿਓ ਪ੍ਰਭੂ ਸ਼ੁਕਰ ਅਵਤਾਰਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਸ ਤਰ੍ਹਾਂ ਨਰਸਿੰਘ ਭਗਵਾਨ ਨੇ ਅਵਤਾਰ ਧਾਰਿਆ ਸੀ, ਇਸੇ ਤਰ੍ਹਾਂ ਪੁਰਾਣਾਂ ਵਿੱਚ ਕਥਾ ਹੁੰਦੀ ਹੈ ਵੀ ਇੱਕ ਜਿਹੜਾ ਅਵਤਾਰ ਉਹ ਸੂਰ ਦਾ ਅਵਤਾਰ ਵੀ ਧਾਰਿਆ ਸੀ, ਵਰਾਹ ਅਵਤਾਰ। ਹਰਨਾਕਸ਼ ਦਾਨਵ ਹਨ ਕਾਸੇ। ਹਿਰਨਾਕਸ਼ ਕਿ ਜਿਹੜਾ ਹਰਨਾਕਸ਼ ਦਾ ਭਰਾ ਹਿਰਨ ਕਸ਼ਪ ਸੀ, ਉਸ ਨੂੰ ਸੂਰ ਦਾ ਅਵਤਾਰ ਧਾਰ ਕੇ ਕਿਸ ਤਰ੍ਹਾਂ ਮਾਰਿਆ ਸੀ। ਧਰਨੀ ਆਨੀ ਭਨੀਏ ਤੈਸੇ। ਫਿਰ ਉਸੇ ਤਰ੍ਹਾਂ ਹੀ ਮਹਾਰਾਜੋ ਸਾਰਾ ਪ੍ਰਸੰਗ ਮੈਨੂੰ ਮਰਦਾਨੇ ਨੂੰ ਕਹੀਏ। ਜਿਸ ਤਰ੍ਹਾਂ ਉਹ ਹਿਰਨ ਕਸ਼ਪ ਜਿਹੜਾ 6ਵੇਂ ਪਤਾਲ ਵਿੱਚ ਧਰਤੀ ਲੈ ਗਿਆ ਸੀ ਠਾਂ ਵੱਲ ਨੂੰ, ਉਸ ਨੂੰ ਮਾਰ ਕੇ ਕਿਵੇਂ ਧਰਤੀ ਫਿਰ ਉਸੇ ਥਾਂ 'ਤੇ ਲਿਆਂਦੀ ਹੈ,
ਉਹ ਸਾਰਾ ਪ੍ਰਸੰਗ ਹੀ ਕਹੀਏ ਮੈਨੂੰ ਮਰਦਾਨੇ ਨੂੰ। ਇਨ ਦਾਤਨ ਕੋ ਜਨਮ ਜੋ ਕਰੂਰਾ। ਬਾਕੀ ਮਹਾਰਾਜ ਤੁਹਾਡੇ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੈ ਕਿ ਇਹ ਜਿਹੜੇ ਦੋ ਦੈਂਤ ਹਰਨਾਕਸ਼ ਤੇ ਹਿਰਨ ਕਛਪ ਹੋਏ ਹੈ, ਇਹਨਾਂ ਦੋਨਾਂ ਦਾ ਜਿਹੜਾ ਜਨਮ ਉਹ ਤੇ ਬੜਾ ਖੋਟਾ ਭੈੜਾ ਹੀ ਹੋਇਆ ਹੈ। ਸੋ ਕਹੀਏ ਸ੍ਰੀ ਗੁਰ ਗੁਣ ਪੂਰਾ। ਬਹੁਤ ਗੁਣਾਂ ਵਿੱਚ ਪੂਰਨ ਗੁਰੂ ਨਾਨਕ ਸਾਹਿਬ ਜੀ ਉਹ ਸਾਰੀ ਕਥਾ ਹੀ ਮੈਨੂੰ ਵਿਸਥਾਰ ਨਾਲ ਕਹੀਏ। ਸੁਨ ਕਰ ਕਹਿਨ ਲੱਗੇ ਗੁਣ ਖਾਨੇ। ਸੁਣ ਕਰਕੇ ਜੋ ਗੁਣਾਂ ਦੀ ਖਾਣ ਹੈ ਗੁਰੂ ਨਾਨਕ ਸਾਹਿਬ ਜੀ ਉਹ ਕਥਾ ਨੂੰ ਕਹਿਣ ਲੱਗੇ ਹਨ। ਜੋ ਸੁਨ ਇਹ ਪੁਰਾਨ ਕਹਾਣੀ। ਇਹ ਭਾਈ ਮਰਦਾਨਾ ਜਿਵੇਂ ਤੂੰ ਸੁਣ ਧਿਆਨ ਨਾਲ, ਜਿਵੇਂ ਪੁਰਾਣਾ ਵਿੱਚ ਉਹ ਕਥਾ ਕਹਾਣੀ ਕਹੀ ਗਈ ਹੈ, ਦੱਸੀ ਗਈ ਹੈ, ਜਿਵੇਂ ਸੁਣੀ ਹੋਈ ਹੈ, ਉਸੇ ਤਰ੍ਹਾਂ ਹੀ ਤੂੰ ਵੀ ਸਾਡੇ ਪਾਸੋਂ ਸੁਣ ਲਾ। ਇੱਕ ਸਮਾਂ ਕਛਪ ਜਗ ਕਰਕੇ। ਇੱਕ ਸਮੇਂ ਦੀ ਗੱਲ ਹੈ ਕਿ ਜੋ ਆ ਕਛਪ ਰਿਖੀ ਸੀ ਉਹ ਜਗ ਨੂੰ ਕਰਕੇ ਬੈਠਿਓ ਸਦਨ ਹਰਖ ਉਰ ਧਰਕ। ਆਪਣੇ ਘਰ ਵਿੱਚ ਬੈਠਾ ਹੋਇਆ ਸੀ, ਹਿਰਦੇ ਵਿੱਚ ਬੜੀ ਖੁਸ਼ੀ ਧਾਰ ਕੇ। ਸੰਧਿਆ ਕਾਲ ਸੁਤਾ ਦੁਖ ਕੇਰੀ। ਸੰਧਿਆ ਦਾ ਸਮਾਂ ਸੀ। ਜਿਹੜੀ ਆ ਦਸ਼ ਦੀ ਪੁੱਤਰੀ ਹੈ ਦਿੱਤੀ, ਉਸ ਦੀ ਘਰ ਵਾਲੀ ਦਿੱਤੀ ਨਾਮ ਤ੍ਰਿਟ ਕਾਮ ਕਨੇਰੀ। ਜਿਸ ਦਾ ਨਾਮ ਸੀ ਦਿੱਤੀ, ਜੋ ਮੰਦ ਵਾਸ਼ਨਾ ਦੀ ਨਾਲ ਬੜੀ ਘਿਰੀ ਹੋਈ ਸੀ, ਬੜੀ ਇੱਛਾ ਸੀ ਮੰਦ ਵਾਸ਼ਨਾ ਦੀ ਉਸ ਨੂੰ। ਜਾਏ ਸਮੀਪ ਕਹੇ ਅਸ ਬੈਨਾ। ਕਸ਼ਪ ਰਿਖੀ ਦੇ ਨੇੜੇ ਜਾ ਕੇ ਉਸਨੇ ਦਿੱਤੀ ਨੇ ਇਸ ਤਰ੍ਹਾਂ ਦੇ ਬਚਨ ਕਹੇ। ਤਨ ਮਨ ਮੋਰ ਕੰਪਾਵਾ ਮੈਨਾ। ਕਹਿਣ ਲੱਗੀ ਹੇ ਰਿਖੀ ਮੇਰੇ ਪਤੀ, ਆ ਮੇਰੇ ਸਰੀਰ ਤੇ ਮਨ ਨੂੰ ਇਹ ਮੰਦਵਾਸ ਨੇ ਬੜਾ ਜਿਹੜਾ ਦੁੱਖ ਦਿੱਤਾ ਹੋਇਆ, ਕੰਬਾਰਿਆ ਮੇਰਾ ਸਰੀਰ। ਜਿਉ ਕਦਲੀ ਦਲ ਦੁਰਦ ਹਿਲਾਵੇ। ਜਿਵੇਂ ਕੇਲੇ ਦੇ ਪੱਤਰਿਆਂ ਨੂੰ ਆ ਜਿਹੜਾ ਹਾਥੀ ਹੁੰਦਾ ਹਿਲਾਉਂਦਾ ਚਲਾਉਂਦਾ ਹੈ। ਦੀਨ ਜਾਨ ਤਿਉ ਮੁਝ ਸੰਤਾਵਾ। ਐਵੇਂ ਦੀਨ ਜਾਣ ਕੇ, ਕਮਜ਼ੋਰ ਜਾਣ ਕੇ ਮੈਨੂੰ ਇਹ ਸਤਾ ਰਹੀ ਹੈ ਮੰਦ ਵਾਸ਼ਨਾ। ਸੋਤ ਸਮ੍ਰਿੱਧਵਾਨ ਸਭ ਜੋਈ। ਕਿਉਂਕਿ ਇਹ ਰਿਖੀ ਪਤੀ ਦੇਵ ਜੀ ਜਿਹੜੀਆਂ ਮੇਰੀਆਂ ਸੌਂਕਣਾ ਹੈ ਆ ਬਨਤਾ, ਕਦਰੂ ਤੇ ਅਦਿਤੀ, ਤੇ ਉਹ ਸਾਰੀਆਂ ਹੀ ਜਿਹੜੀਆਂ ਵੀ ਸੰਤਾਨ ਵਾਲੀਆਂ ਹਨ, ਉਹਨਾਂ ਦੇ ਔਲਾਦ ਹੈ ਤੇ ਮੇਰੀ ਕੋਈ ਔਲਾਦ ਨਹੀਂ ਹੈ। ਉਹ ਜਿਹੜੇ ਕਦਰੂ ਸੀ ਉਤੋਂ ਦਾ ਨਾਗ ਨੂਗ ਪੈਦਾ ਹੋਏ ਸਨ, ਤੇ ਜਿਹੜੀ ਅਦਿਤੀ ਉਤੋਂ ਦੇਵਤੇ, ਬਨਤਾ ਤੋਂ ਗਰੜ ਪੈਦਾ ਹੋਇਆ ਹੈ। ਤੇ ਇਸ ਤਰ੍ਹਾਂ ਕਹਿ ਰਹੀ ਹੈ ਵੀ ਮੇਰੀ ਜਿਹੜੀਆਂ ਸੌਂਕਣਾ ਉਹ ਤੇ ਸੰਤਾਨ ਵਾਲੀਆਂ ਹਨ, ਜਿਸ ਕਰਕੇ ਉਹ ਸੁਖੀ ਰਹਿੰਦੀਆਂ ਹਨ। ਤਿਨ ਪਿਖ ਦਾਹੇ ਹਿਰਦੇ ਮਮ ਹੋਈ। ਮੇਰਾ ਉਹਨਾਂ ਨੂੰ ਵੇਖ ਕੇ ਸੰਤਾਨ ਦੇ ਸਹਿਤ ਵੀ ਉਹ ਧੀਆਂ ਆਪਣੇ ਪੁੱਤਰਾਂ ਸਵਾਲੀਆਂ ਹਨ। ਹੇ ਸੁਆਮੀ ਪਤੀ ਮੇਰਾ ਬੜਾ ਹਿਰਦਾ ਸੜਦਾ ਹੈ। ਉਹ ਇੱਥੇ ਪੁਰਾਣਾ ਵਿੱਚ ਤੇ ਆਪਾਂ ਭਾਵੇਂ ਸੁਣ ਕੇ ਕਹਿ ਦਈਏ ਵੀ ਇਹ ਇਸ ਤਰ੍ਹਾਂ ਦੀ ਕਥਾ ਹੈ, ਪਰ ਬਚਿੱਤਰ ਨਾਟਕ 'ਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਰਣਾ ਕੀਤਾ ਹੋਇਆ ਸਾਰਾ। ਦਸ਼ ਪ੍ਰਜਾਪਤ ਜਿਹੜਾ ਰਾਜਾ ਹੋਇਆ ਹੈ, ਤੇ ਦਕਸ਼ ਰਾਜੇ ਦੇ ਘਰ 10,000 ਉਹਦੀਆਂ ਪੁੱਤਰੀਆਂ ਹੋਈਆਂ ਸਨ। ਉਹ ਲਿਖਿਆ ਹੋਇਆ 10 ਸਹਾਂਸ ਤੇ ਗ੍ਰਹਿ ਭਈ ਕੰਨਿਆ, ਵੀ 10,000 ਉਹਦੀਆਂ ਪੁੱਤਰੀਆਂ ਹੋਈਆਂ ਦਸ਼ ਰਾਜੇ ਦੀਆਂ। ਤੇ ਬਨਤਾ, ਕਦਰੂ, ਦਿੱਤ, ਅਦਿੱਤ ਇਹ ਰਿਖ ਬਰੀ ਬਣਾਈ। ਇੱਕ ਦਾ ਨਾਮ ਸੀ ਬਨਤਾ, ਇੱਕ ਦਾ ਨਾਮ ਕਦਰੂ, ਇੱਕ ਦਾ ਨਾਮ ਦਿੱਤ ਤੇ ਇੱਕ ਦਾ ਨਾਮ ਅਦਿੱਤ। ਇਹ ਰਿਖੀ ਕਸ਼ਪ ਨੇ ਵਿਆਹੀਆਂ ਹੋਈਆਂ ਸਨ। ਨਾਗ ਨਾਗਰਿਪ ਦੇਵ ਸਭ ਦਈਤ ਲਏ ਉਪਜਾਏ। ਜਿਹੜੀ ਆ ਬਨਤਾ ਸੀ,
ਕਸ਼ਯਪ ਰਿਸ਼ੀ ਦੀ ਘਰ ਵਾਲੀ, ਉਹਦੇ ਤੋਂ ਤੇ ਗਰੜ ਪੈਦਾ ਹੋਇਆ। ਕਦਰੂ ਤੋਂ ਜਿਹੜੇ ਹੈ ਆ ਨਾਗ ਪੈਦਾ ਹੋਏ, ਤੇ ਦਿੱਤੀ ਤੋਂ ਦੈਂਤ ਪੈਦਾ ਹੋਏ, ਤੇ ਅਦਿੱਤੀ ਤੋਂ ਜਿਹੜੇ ਸਨ ਉਹ ਦੇਵਤੇ ਪੈਦਾ ਹੋਏ। ਇੱਥੇ ਹੁਣ ਇਹ ਕਹਿ ਰਹੀ ਹੈ ਦਿੱਤੀ ਕਿ ਹੇ ਸੁਆਮੀ, ਮੇਰੀਆਂ ਜਿਹੜੀਆਂ ਸੌਂਕਣਾ ਹੈ ਬਨਤਾ, ਕਦਰੂ, ਅਦਿੱਤੀ, ਉਹ ਤੇ ਸੰਤਾਨ ਵਾਲੀਆਂ ਹਨ, ਪੁੱਤਰਾਂ ਵਾਲੀਆਂ ਹਨ। ਉਹਨਾਂ ਨੂੰ ਪੁੱਤਰਾਂ ਸਹਿਤ ਵੇਖ ਕੇ ਮੇਰਾ ਹਿਰਦਾ ਬੜਾ ਜਿਹੜਾ ਸੜਦਾ ਮੱਚਦਾ ਹੈ। ਤੁਮ ਕਿਰਪਾਲ ਸਭ ਭਾਂਤ ਪ੍ਰਬੀਨੋ। ਤੁਸੀਂ ਹੈ ਪਤੀ ਚੰਗੀ ਤਰ੍ਹਾਂ ਜਿਹੜਾ ਸਿਆਣੇ ਹੋ, ਕਿਰਪਾਲੂ ਦਿਆਲੂ ਹੋ। ਇੱਕ ਸਮਾਨ ਅੰਗਨਾ ਸਭ ਚੀਨੋ। ਜਿਹੜੀਆਂ ਆ ਸਾਰੀਆਂ ਤੁਹਾਡੀਆਂ ਘਰ ਵਾਲੀਆਂ ਇਸਤਰੀਆਂ ਮੇਰੀਆਂ ਭਾਵ ਸੌਂਕਣਾ, ਉਹਨਾਂ ਨੂੰ ਤੁਸੀਂ ਸਾਰੀਆਂ ਆਪਣੀਆਂ ਇਸਤਰੀਆਂ ਘਰ ਵਾਲੀਆਂ ਨੂੰ ਇੱਕ ਸਮਾਨ ਹੀ ਜਾਣਦੇ ਹੋ। ਤਨ ਪੈ ਵਿਆਪਿਓ ਅਧਿਕ ਅਨੰਗਾ। ਮੇਰੇ ਸਰੀਰ ਉੱਪਰ ਇਹ ਮੰਦ ਵਾਸ਼ਨਾ ਜਿਹੜੀ ਹੈ ਉਹਦਾ ਬਹੁਤ ਜਿਹੜਾ ਹੈ ਉਹ ਲੱਗੀ ਹੋਈ ਹੈ। ਅਬ ਮੰਗ ਕੀਜੈ ਮਮ ਸੰਗਾ। ਆਪ ਬੜੇ ਉਤਸ਼ਾਹ ਨਾਲ ਮੇਰੇ ਨਾਲ ਉਹ ਸੰਬੰਧ ਕਰੀਏ ਜੀ। ਕਾਮ ਸੰਗ ਮੈਂ ਪੀੜਤ ਭਾਰੀ। ਉਹ ਮੰਦ ਵਾਸ਼ਨਾ ਨਾਲ ਮੈਂ ਬੜੀ ਭਾਰੀ ਪੀੜਤ ਹਾਂ, ਦੁਖੀ ਹਾਂ। ਅਬ ਮੈਥੁਨ ਕਰ ਦੇਹੋ ਨਿਵਾਰੀ। ਆਪ ਇਹ ਸਰੀਰਕ ਸੰਬੰਧ ਨਾਲ ਉਹ ਮੇਰੀ ਮੰਦ ਵਾਸ਼ਨਾ ਨਿਵਾਰਨ ਕਰ ਦਈਏ ਜੀ। ਆਤੁਰ ਹੋਇ ਸ਼ਰਨਾਗਤ ਆਵੈ। ਕਿਉਂਕਿ ਮਹਾਨ ਪੁਰਖ ਕਹਿੰਦੇ ਜਿਹੜਾ ਕੋਈ ਦੁਖੀ ਵਿਆਕਲ ਹੋਇਆ ਸ਼ਰਨ ਵਿੱਚ ਆ ਜਾਏ। ਜੋ ਕਿਰਪਾਲ ਨਹਿ ਮੋਗ ਪਠਾਵੈ। ਜਿਹੜਾ ਕਿਰਪਾਲੂ ਹੁੰਦਾ ਹੈ ਉਹ ਕਦੇ ਵੀ ਉਸ ਨੂੰ ਵਿਆਕਲ ਦੁਖੀ ਹੋਏ ਨੂੰ ਖਾਲੀ ਨਹੀਂ ਭੇਜਦਾ। ਕਰੇ ਕੇਲ ਤੇ ਜਨਮਹਿ ਤਾਤਾ। ਇਹ ਦੇਖੀ ਪਤੀ ਜੀ, ਜਿਸ ਕਰਕੇ ਤੁਹਾਡੇ ਸੰਬੰਧ ਨਾਲ ਇਹ ਮੇਰੇ ਘਰ ਪੁੱਤਰ ਪੈਦਾ ਹੋਵੇ, ਤਬ ਮੈਂ ਸੁਖ ਪਾਵਾਂ ਭਲ ਭਾਂਤਾ। ਫਿਰ ਮੈਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਹੀ ਜਿਹੜਾ ਸੁਖ ਪਾਵਾਂਗੀ ਉਹ ਪੁੱਤਰ ਲੈ ਕੇ। ਸੁਨ ਕਛਪ ਨਿਜ ਤੀय ਕੀ ਬਾਣੀ। ਸੁਣ ਕਰਕੇ ਜੋ ਕਸ਼ਯਪ ਰਿਸ਼ੀ ਸੀ ਆਪਣੀ ਇਹ ਦਿੱਤੀ ਘਰ ਵਾਲੀ ਦੀ ਬਾਣੀ ਬਚਨ ਸੁਣ ਕੇ ਬੋਲਿਓ ਤਾਹੇ ਕਰਤ ਸਨਮਾਨੀ। ਆਪਣੀ ਪਤਨੀ ਦਾ ਸਨਮਾਨ ਕਰਦਿਆਂ ਹੋਇਆਂ ਉਸ ਨੂੰ ਬਚਨ ਬੋਲਿਆ। ਚੰਦਰ ਬਦਨ ਤੂੰ ਮੋਕੋ ਪਿਆਰੀ। ਕਹਿਣ ਲੱਗਾ ਵੀ ਹੇ ਚੰਦਰ ਵਰਗੇ ਮੁਖ ਵਾਲੀ, ਇਹ ਦਿੱਤੀ ਤੂੰ ਮੈਨੂੰ ਬੜੀ ਪਿਆਰੀ ਹੈ। ਕਰਾਂ ਕਾਮਨਾ ਪੂਰਨ ਥਾਰੀ। ਤੇਰੀ ਜੋ ਇਹ ਕਾਮਨਾ ਇੱਛਾ ਹੈ ਉਹ ਮੈਂ ਪੂਰੀ ਕਰਾਂਗਾ। ਸੰਧਿਆ ਕਾਲ ਬੀਤ ਹੈ ਜਬ ਹੀ। ਜਿਸ ਵੇਲੇ ਸੰਧਿਆ ਦਾ ਸਮਾਂ ਜਦੋਂ ਬੀਤ ਜਾਏਗਾ, ਮੈਥੁਨ ਕਰੋ ਸੰਗ ਤੁਝ ਤਬ ਹੀ। ਤੇਰੇ ਨਾਲ ਫਿਰ ਮੈਂ ਉਸ ਸਮੇਂ ਇਹ ਸੰਬੰਧ ਕਰਾਂਗਾ। ਇਹ ਵੇਲਾ ਲੱਖ ਘੋਰ ਵਿਸਾਲਾ। ਇਹ ਜਿਹੜਾ ਵੇਲਾ ਹੈ ਸੰਧਿਆ ਦਾ, ਇਹਨੂੰ ਤੂੰ ਜਾਣ ਲਾ ਵੀ ਬੜਾ ਭਿਆਨਕ ਸਮਾਂ ਹੈ। ਕਾਮ ਚੇਸ਼ਟਾ ਕੋ ਨਹਿ ਕਾਲਾ। ਇਹ ਕਾਮ ਕ੍ਰੀੜਾ ਕਰਨ ਵਾਸਤੇ ਇਹ ਸੰਧਿਆ ਦਾ ਸਮਾਂ ਨਹੀਂ ਹੈ, ਤੂੰ ਜਾਣ ਲੈ। ਸ਼ੰਕਰ ਫਿਰਤ ਲਿਏ ਗਣ ਸੰਗਾ। ਕਿਉਂਕਿ ਹੁਣ ਇਸ ਵੇਲੇ ਜੋ ਸ਼ਿਵ ਜੀ ਹੈ ਉਹ ਆਪਣੇ ਸਮੂਹ ਗਣਾਂ ਦੇ ਨਾਲ ਲੈ ਕੇ ਤੇ ਇੱਧਰ ਉੱਧਰ ਵਿਚਰ ਰਿਹਾ ਹੈ ਸੰਧਿਆ ਸਮੇਂ। ਭੂਤ ਪਰਚਰਜਾ ਹੇਤ ਉਮੰਗਾ। ਜਿੰਨੇ ਆ ਪ੍ਰਾਣਾ ਧਾਰੀ ਜੀਵ ਹੈ ਉਹਨਾਂ ਦੀ ਦੇਖਭਾਲ ਲਈ ਵੀ ਉਹ ਕੌਣ ਕੀ ਕਰ ਰਿਹਾ ਹੈ, ਸ਼ਿਵ ਜੀ ਆਪਣੇ ਸਮੂਹ ਗਣਾਂ ਦੇ ਨਾਲ ਵਿਚਰ ਰਿਹਾ ਹੈ। ਰੁਕਮ ਸਮਾਨ ਭਸਮ ਤਨ ਕੀਨੋ। ਜਿਸ ਸ਼ਿਵ ਜੀ ਨੇ ਆਪਣੇ ਸਰੀਰ ਉੱਪਰ ਸਵਾਹ ਮਲ ਕੇ ਚਾਂਦੀ ਦੇ ਸਮਾਨ ਕੀਤਾ ਹੈ ਚਿੱਟਾ ਜਿਹਾ। ਅਗਨ ਤਰਨਾ ਸ਼ਸ ਜਿਹ ਦ੍ਰਿਗ ਤੀਨੋ। ਜਿਸ ਸ਼ੰਕਰ ਦੇ ਆ ਤਿੰਨ ਨੇਤਰ ਹੈ, ਅਗਨੀ, ਸੂਰਜ ਤੇ ਚੰਦਰਮਾ। ਆ ਜਿਹੜਾ ਸੱਜਾ ਨੇਤਰ ਚੰਦਰਮਾ ਹੈ, ਖੱਬਾ ਸੂਰਜ ਹੈ,
ਤੇ ਮੱਥੇ ਵਿੱਚ ਅਗਨੀ ਨੇਤਰ ਹੈ ਜਿਸ ਦੇ। ਪੂਜਨ ਸਮੈ ਤਾਹੇ ਕੋ ਜਾਨਹੁ। ਪੂਜਣ ਦਾ ਸਮਾਂ ਹੈ ਦਿੱਤੀ ਮੇਰੀ ਪਤਨੀ ਤੂੰ ਜਾਣ ਲੈ। ਕੇਲ ਕਰਨ ਕੋ ਕਾਲ ਨਾ ਮਾਨਹੁ। ਇਹ ਜਿਹੜੀ ਹੈ ਸਰੀਰਕ ਸੰਬੰਧ ਕਰਨ ਦਾ ਹੁਣ ਸਮਾਂ ਨਹੀਂ ਹੈ, ਤੂੰ ਮੰਨ ਲੈ। ਦਿਨ ਮੈਥੁਨ ਤੇ ਆਇਓ ਘਟਾਈ। ਉਂਝ ਵੀ ਜਿਹੜਾ ਇਹ ਦਿਨ ਦੇ ਸਮੇਂ ਇਹੋ ਜਿਹੀ ਕਿਰਿਆ ਕਰਨੀ ਹੈ, ਇਹਦੇ ਨਾਲ ਉਮਰ ਘਟਦੀ ਹੈ। ਪਰਬ ਦਿਨਨ ਦੁਰਸਤ ਜਨਮਾਈ। ਜਿਹੜਾ ਕੋਈ ਪੁਰਬ ਦੇ ਦਿਨ ਦਿਹਾੜ ਦੇ ਸਮੇਂ ਵੀ ਇਹ ਕਿਰਿਆ ਕਰਨੀ ਹੈ ਪਤਨੀ, ਉਹਨਾਂ ਦੇ ਖੋਟੇ ਪੁੱਤਰ ਪੈਦਾ ਹੁੰਦੇ ਆ, ਖੋਟਾ ਜਿਹੜੀ ਔਲਾਦ ਜਨਮਦੀ ਹੈ। ਤਿਉ ਇਹ ਸੰਧਿਆ ਦੋਖ ਪਰਮਾਨਹੁ। ਉਹ ਪੁਰਬ ਦੇ ਦਿਨਾਂ ਸਮਾਨ ਹੀ ਇਹ ਜਿਹੜੀ ਸੰਧਿਆ ਦਾ ਸ਼ਾਮ ਦਾ ਸਮਾਂ ਹੈ, ਇਹਦੇ ਵਿੱਚ ਤੂੰ ਦੋਸ਼ ਜਾਣ ਲਾ, ਮੰਨ ਲਾ ਵੀ ਜਿਵੇਂ ਆ ਕੋਈ ਦਿਨ ਹੁੰਦੇ ਨਾ ਬਰੇ ਦੇ, ਜਿਹਨੂੰ ਦਿਨ ਕਹਿ ਦਿੰਦੇ ਆਪਾਂ, ਪੁਰਬ ਦੇ ਦਿਨ ਦਿਹਾੜੇ, ਇਹੋ ਜਿਹੇ ਸਮੇਂ ਇਹੋ ਜਿਹੀ ਕਿਰਿਆ ਕਰਨੀ ਜਿਹੜੀ ਹੈ ਉਹਦੇ ਨਾਲ ਖੋਟੇ ਪੁੱਤਰ ਪੈਦਾ ਹੁੰਦੇ ਐ। ਸ਼ਿਵ ਕੀ ਦ੍ਰਿਸ਼ਟ ਬਚਾਵਨ ਠਾਨਹੁ। ਇਸ ਕਰਕੇ ਸ਼ਿਵ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਤੋਂ ਤੂੰ ਆਪਣੇ ਆਪ ਨੂੰ ਬਚਾਉਣਾ ਕਰ। ਸੁਨੀ ਦਿੱਤੀ ਜਬ ਆਸ ਵਿਦਬਾਨੀ। ਭਾਈ ਬਾਲਾ ਜੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਮਰਦਾਨੇ, ਜਦੋਂ ਉਹ ਦਿੱਤੀ ਨੇ ਇਸ ਤਰ੍ਹਾਂ ਦੀ ਬਾਣੀ ਸੁਣੀ ਹੈ ਆਪਣੇ ਪਤੀ ਕਸ਼ਯਪ ਰਿਸ਼ੀ ਦੀ। ਮਨ ਸਿਜ ਬਾਨਨ ਤੇ ਅਕੁਲਾਨੀ। ਜੋ ਆ ਕਾਮ ਦੇ ਬਾਣਾ ਦੇ ਨਾਲ ਹੀ ਵਿਆਕਲ ਹੋਈ ਪਈ ਸੀ ਦਿੱਤੀ। ਬਾਰ ਬਧੂ ਜਿਵ ਤਜ ਕਰ ਬੜੀੜਾ। ਮਰਦਾਨਿਆਂ ਜਿਵੇਂ ਆ ਕੋਈ ਕੰਜਰੀ ਵੇਸਵਾ ਸ਼ਰਮ ਜੀ ਛੱਡ ਕੇ। ਹੱਤ ਕੋ ਬਸਨ ਗਹਿਓ ਹਿਤ ਕਰੀੜਾ। ਇਹ ਵਾਸ਼ਨਾ ਨੂੰ ਪੂਰਾ ਕਰਨ ਵਾਸਤੇ ਉਸਨੇ ਆਪਣੇ ਪਤੀ ਦਾ ਕੱਪੜਾ ਜਿਹਾ ਪਕੜ ਲਿਆ ਸੀ। ਕਹਿਓ ਨਾ ਰਹਿਓ ਜਾਤ ਮੁਝ ਪਾਹੀ। ਕਹਿਣ ਲੱਗੀ ਹੈ ਪਤੀ ਮੈਂ ਹੁਣ ਰਹਿ ਨਹੀਂ ਸਕਦੀ। ਕਰੋ ਕੇਲ ਪਤ ਅਬ ਚਿਤ ਚਾਹੀ। ਹੁਣ ਤੁਸੀਂ ਚਿੱਤ ਵਿੱਚ ਚਾਹਨਾ ਜੀ ਕਰਕੇ ਤੇ ਜਿਹੜੀ ਹੈ ਉਹ ਸੰਬੰਧ ਕਰੋ ਜੀ। ਕਛਪ ਕਾਮਾ ਰਤ ਤਿਹ ਦੇਖੀ। ਜਦੋਂ ਕਸ਼ਯਪ ਰਿਸ਼ੀ ਨੇ ਆਪਣੀ ਪਤਨੀ ਕਾਮ ਨਾਲ ਮੰਦ ਵਾਸ਼ਨਾ ਨਾਲ ਵਿਆਕਲ ਹੋਈ ਦੇਖੀ। ਗਮਨਿਓ ਜਹਾ ਇਕੰਤ ਵਿਸੇਖੀ। ਫਿਰ ਉਹ ਚਲਾ ਗਿਆ। ਕਹਾਂ ਜਾਏ ਦੀਨੋ ਰਤ ਦਾਨਾ। ਉੱਥੇ ਜਾ ਕੇ ਉਸ ਬੰਦ ਕਰਕੇ ਰੱਤੀ ਦਾਨ ਦਿੱਤਾ। ਤੀਯ ਤਨ ਮਨ ਸਿਜ ਤਾਪ ਮਿਟਾਨਾ। ਆਪਣੀ ਪਤਨੀ ਦੇ ਜਿਹੜਾ ਹੈ ਸੀ ਮੰਦ ਵਾਸ਼ਨਾ, ਉਹਦਾ ਤਾਪ ਮਿਟਾਇਆ। ਬਾਹਰ ਜਾਏ ਸੰਧਿਆ ਤਿਹ ਕੀਨੀ। ਫਿਰ ਕਸ਼ਯਪ ਰਿਸ਼ੀ ਨੇ ਜਿਹੜੀ ਸੰਧਿਆ ਜਾ ਕੇ ਕੀਤੀ, ਜੋ ਪੂਜਾ ਦਾ ਸਮਾਂ ਸੀ ਆਪਣਾ ਜਿਵੇਂ ਰੋਜ਼ ਕਰਦਾ ਸੀ, ਉਹ ਪੂਜਾ ਜਾ ਕੇ ਕੀਤੀ। ਤੇਰੇ ਪੁਟੀ ਜਾਪ ਬਿਖੈ ਮਤ ਭੀਨੇ। ਜਿਹੜਾ ਤਿੰਨਾਂ ਪਦਿਆਂ ਦਾ ਜਾਪ ਹੈ ਗਾਇਤਰੀ ਮੰਤਰ, ਉਹਦੇ ਵਿੱਚ ਆਪਣੀ ਮਤ ਜਿਹੜੀ ਹੈ ਉਹ ਭਿਉਣ ਲਈ, ਭਾਵ ਉਹਦੇ ਵਿੱਚ ਜਦ ਲੀਨ ਹੋਇਆ ਗਾਇਤਰੀ ਮੰਤਰ ਪੜਨ ਲੱਗ ਪਿਆ ਤਿੰਨਾਂ ਪਦਿਆਂ ਵਾਲਾ। ਹੁਣ ਜੋ ਦਿੱਤੀ ਪਾਛੇ ਪਛਤਾਨੇ। ਫਿਰ ਜਿਹੜੀ ਇਹ ਦਿੱਤੀ ਸੀ ਪਿੱਛੋਂ ਬਹੁਤ ਪਛਤਾਈ। ਲੱਜਾ ਯੁਤ ਦ੍ਰਿਗ ਤਰ ਸਕੁਚਾਨੀ। ਉਹ ਸ਼ਰਮ ਦੇ ਨਾਲ ਅੱਖਾਂ ਨੀਵੀਂ ਜਿਹੀਆਂ ਕਰਕੇ ਬੜੀ ਸ਼ਰਮ ਆਈ ਇਹ ਦਿੱਤੀ। ਕਛਪ ਕੇ ਸਮੀਪ ਚੱਲ ਆਈ। ਆਪਣੇ ਪਤੀ ਕਸ਼ਯਪ ਰਿਸ਼ੀ ਦੇ ਨੇੜੇ ਚੱਲ ਕੇ ਆਈ। ਸ਼ਿਵ ਕੇ ਭੈ ਤੇ ਗਿਰਾ ਅਲਾਈ। ਸ਼ਿਵ ਜੀ ਦੇ ਭੈ ਕਰਕੇ ਆਪਣੇ ਪਤੀ ਨੂੰ ਇਸਨੇ ਕਿਹਾ, ਹੇ ਪਤ ਗਰਭ ਮੋਹਿ ਕਲਿਆਣਾ। ਹੇ ਪਤੀ, ਇਹ ਜਿਹੜਾ ਮੇਰੇ ਪੇਟ ਵਿੱਚ ਗਰਭ ਹੈ ਇਹਦੀ ਖੈਰ ਸੁਖ ਹੋਵੇ। ਰਿਸ ਧਰ ਸ੍ਰੀ ਸ਼ਿਵ ਕਰਾ ਨਾਹਾਨਾ। ਕਿਤੇ ਆ ਸ਼ਿਵ ਜੀ ਭਗਵਾਨ ਗੁੱਸਾ ਜਾ ਕਰਕੇ ਇਸ ਨੂੰ ਨਾਸ ਨਾ ਕਰ ਦੇਣ। ਨਮੋ ਨਮੋ ਤਿਹ ਕੇ ਪਦ ਕੰਜਾ। ਮੈਂ ਉਸ ਸ਼ੰਕਰ ਭਗਵਾਨ ਦੇ ਚਰਨ ਕਮਲਾਂ ਉੱਪਰ
ਨਮਸਕਾਰ ਕਰਦੀ ਹਾਂ, ਨਮਸਕਾਰ ਕਰਦੀ ਹਾਂ। ਮਹਾਦੇਵ ਸੇਵਤ ਸੁਰ ਪੰਜਾ, ਜਿਸ ਨੂੰ ਸਮੂਹ ਦੇਵਤਿਆਂ ਦਾ ਝੁੰਡ ਹੀ ਜਿਹੜਾ ਸੇਵਦਾ ਹੈ, ਆ ਸੇਵਾ ਕਰਦਾ, ਮੱਥਾ ਟੇਕਦਾ ਹੈ। ਮੋਹਿ ਅਵਗਿਆ ਸ਼ਿਮਾ ਕਰੀਜਾ, ਮੇਰੇ ਕੋਲੋਂ ਹੈ ਪਤੀ ਜਿਹੜੀ ਅਵਗਿਆ ਨਿਰਾਦਰੀ ਹੋ ਗਈ, ਉਹਨੂੰ क्षमा ਕਰੀਏ। ਤੀय ਸੁਭਾਵ ਲੱਖ ਮਨ ਨਾਰ ਸੀਜਾ, ਇਸਤਰੀ ਵਾਲਾ ਸੁਭਾਅ ਜਾਣ ਕੇ ਤੁਸੀਂ ਮਨ ਵਿੱਚ ਕਿਸੇ ਤਰ੍ਹਾਂ ਰੋਸ ਨਾ ਕਰੀਏ। ਸੁਨ ਕਛਪ ਬੋਲਿਓ ਤਬ ਬਾਣੀ, ਸੁਣ ਕੇ ਕਛਪ ਰਿਖੀ ਜਿਹੜਾ ਉਸ ਵੇਲੇ ਬਾਣੀ ਬਚਨ ਬੋਲਿਆ, ਉਹ ਅਪਦਰੈ ਨਾਰ ਅਜਾਨੀ, ਕਹਿੰਦਾ ਹੈ ਖੋਟੀ ਇਸਤਰੀਏ, ਭੈੜੀ ਇਸਤਰੀਏ, हे ਅਜਾਣ ਬੇਸਮਝ। ਦ્વੈ ਸੁਤ ਜਨਮਹਿ ਅਦਮ ਕਠੋਰਾ, ਇਹ ਜਿਸ ਕਰਕੇ ਤੂੰ ਗਰਭ ਜਿਹਾ ਧਾਰਿਆ ਹੈ, ਤੇਰੇ ਘਰ 2 ਪੁੱਤਰ ਹੋਣਗੇ, ਬੜੇ ਨੀਚ, ਕਠੋਰ, ਸਖਤ ਸੁਭਾਅ ਵਾਲੇ, ਭੈੜੇ। ਇਹ ਸਰਬ ਜਗ ਕੋ ਦੁਖ ਘੋਰਾ, ਉਹ ਸਾਰੇ ਸੰਸਾਰ ਨੂੰ ਹੀ ਬੜਾ ਭਿਆਨਕ ਹੀ ਦੁੱਖ ਦੇਣਗੇ ਦੋਵੇਂ ਮਿਲ ਕੇ। ਕਸਮਲ ਕਰਹਿ ਅਨੇਕ ਪ੍ਰਕਾਰਾ, ਇਹ ਜਿਨ੍ਹਾਂ ਦਾ ਤੂੰ ਗਰਭ ਜਿਹਾ ਧਾਰਿਆ ਏ, ਇਹ ਅਨੇਕਾਂ ਤਰ੍ਹਾਂ ਦੇ ਪਾਪ ਕਰਨਗੇ ਮਿਲ ਕੇ। ਤੇਨਾ ਹਿਤ ਧਰਹਿ ਵਿਸ਼ਨ ਅਵਤਾਰਾ, ਤੇ ਉਹਨਾਂ ਦੇ ਉਧਾਰ ਵਾਸਤੇ, ਉਹਨਾਂ ਦਾ ਵਧਵਾ ਕਰਨ ਵਾਸਤੇ ਉਸ ਵੇਲੇ ਵਿਸ਼ਨੂੰ ਭਗਵਾਨ ਅਵਤਾਰ ਧਾਰੇਗਾ। ਕਰ ਸੰਗਰਾਮ ਹਨਹਿਗੇ ਤਿਨ ਕੋ, ਚੰਗਾ ਯੁੱਧ, ਜੰਗ ਯੁੱਧ ਕਰਕੇ ਤੇ ਇਹਨਾਂ ਦੋਵਾਂ ਨੂੰ ਨਾਸ ਕਰਨਗੇ, ਮਾਰਨਗੇ। ਸੰਧਿਆ ਧਰਿਓ ਗਰਭ ਤੈ ਜਿਨ ਕੋ, ਜਿਨ੍ਹਾਂ ਦਾ ਤੂੰ ਆ ਸੰਧਿਆ ਦੇ ਸਮੇਂ ਗਰਭ ਧਾਰਿਆ ਪੇਟ ਵਿੱਚ, ਤਵ ਸੁਤ ਕੋ ਸੁਤ ਭਗਤ ਪ੍ਰਧਾਨਾ, ਤੇਰੇ ਪੁੱਤਰ, ਹਾਂ ਤੈਨੂੰ ਇਹ ਵੀ ਵਰ ਦਿੰਦੇ ਆ ਵੀ ਤੇਰੇ ਜਿਹੜੇ ਪੁੱਤਰ ਦੈਂਤ ਹੋਣਗੇ, ਗਾਂ ਉਹਨਾਂ ਦਾ ਪੁੱਤਰ ਬਹੁਤ ਤਗੜਾ ਭਗਤ ਪ੍ਰਧਾਨ ਹੋਏਗਾ। ਮੁਖੀ ਭਾਵ ਤੇਰਾ ਪੋਤਰਾ ਭਗਤ ਪ੍ਰਹਿਲਾਦ ਜੀ ਵੱਲ ਇਸ਼ਾਰਾ ਹੈ। ਉਹ ਵਹਿ ਗੋ ਸਮਦ੍ਰਿਸ਼ਟ ਸੁਜਾਨਾ, ਉਹ ਤੇਰਾ ਦਿੱਤੀ ਜਿਹੜਾ ਪੋਤਰਾ ਹੋਏਗਾ, ਬੜੀ ਸਮ ਦ੍ਰਿਸ਼ਟੀ ਵਾਲਾ, ਸੁਗੜ ਸੁਜਾਨ ਹੋਏਗਾ। ਕਰ ਕਸਮਲ ਤੂੰ ਪੁਨ ਪਛਤਾਨੀ, ਕਿਉਂਕਿ ਜਿਹੜਾ ਤੂੰ ਆ ਪਾਪ ਜਿਹਾ ਕਰਕੇ, ਪਛਤਾਤਾਪ ਕਰਕੇ ਵੀ ਮੇਰੇ ਕੋ ਪਾਪ ਹੋ ਗਿਆ ਹੈ, ਇਹ ਜਿਹੜੇ ਪਛਤਾਤਾਪ ਕਰਕੇ ਜੋ ਤੂੰ ਪਛਤਾਈ ਹੋਈ ਹੈ, ਪਛਤਾਤਾਪ ਰੂਪੀ ਚੰਗੇ ਕੰਮ ਕਰਕੇ ਜਿਹੜਾ ਤੂੰ ਪਛਤਾਈ ਹੋਈ ਹੈ, ਇਸ ਸੁਕ੍ਰਿਤ ਤੇ ਹੋਇ ਸੁਖ ਖਾਨੀ, ਇਸੇ ਕਰਕੇ ਤੇਰਾ ਜਿਹੜਾ ਪੋਤਰਾ ਹੈ ਉਹ ਸੁੱਖਾਂ ਦੀ ਖਾਣ ਹੋਵੇਗਾ। ਹੈ ਸਰਬ ਭੂਤ ਹਿਤਕਾਰੀ, ਉਹ ਸਾਰੇ ਪ੍ਰਾਣੀਆਂ ਦਾ ਹੀ ਹਿਤ ਕਰਨ ਵਾਲਾ, ਭਲਾ ਕਰਨ ਵਾਲਾ ਹੋਵੇਗਾ। ਉਹਦੇ ਕਰਕੇ ਤੇਰੀਆਂ ਜਿਹੜੀਆਂ ਕੁਲਾਂ ਉਦਰਨਗੀਆਂ। ਦੁਖ ਲੱਖ ਦੁਖੀ ਸੁਖੀ ਸੁਖ ਧਾਰੀ, ਉਹ ਐਸਾ ਹੋਵੇਗਾ ਮਹਾਨ ਭਗਤ ਵੀ ਦੁਖੀਆਂ ਨੂੰ ਜਾਣ ਕੇ ਦੁਖੀ ਹੋਏਗਾ ਤੇ ਸੁਖੀਆਂ ਨੂੰ ਜਾਣ ਕੇ ਉਹ ਸੁਖ ਮੰਨੇਗਾ। ਸੁਨ ਕਰ ਦੇ ਤੀਰ ਦੇ ਹਰ ਖਾਨੇ, ਸੁਣ ਕਰਕੇ ਇਹ ਜਿਹੜੀ ਕਛਪ ਰਿਖੀ ਦੀ ਦਿੱਤੀ ਘਰ ਵਾਲੀ ਸੀ, ਹਿਰਦੇ ਵਿੱਚ ਬਹੁਤ ਖੁਸ਼ ਹੋਈ। ਰੱਬ ਕਰ ਤੇ ਸੁਤ ਕੀ ਮ੍ਰਿਤ ਜਾਨੀ, ਕਿ ਮੇਰੇ ਜੋ ਪ੍ਰਭੂ ਭਗਵਾਨ ਹੈ, ਉਹਨਾਂ ਦੇ ਹੱਥਾਂ ਨਾਲ ਮੇਰੇ ਪੁੱਤਰਾਂ ਦੀ ਜਿਹੜੀ ਮੌਤ ਹੋਏਗੀ, ਵੱਧ ਹੋਏਗਾ ਤੇ ਉਹਨਾਂ ਦਾ ਉਧਾਰ ਹੋਏਗਾ। ਪੁਨ ਪੋਤਰਾ ਹੋਇ ਭਗਤ ਕਿਰਪਾਲਾ, ਫਿਰ ਵੀ ਮੇਰਾ ਪੋਤਰਾ ਵੀ ਹੋਏਗਾ ਜਿਹੜਾ ਭਗਤ ਬਹੁਤ ਹੋਏਗਾ, ਕਿਰਪਾਲੂ, ਦਿਆਲੂ, ਵੱਡਾ। ਦੇਵ ਸੰਪਦਾ ਗੁਣਨ ਵਿਸਾਲਾ, ਜੋ ਦੇਵੀ ਸੰਪਦਾ ਦੇ ਗੁਣਾਂ ਵਿੱਚ ਬੜਾ ਮਹਾਨ ਹੋਏਗਾ, ਸੰਪੂਰਨ ਗੁਣਾਂ ਵਾਲਾ। ਧਾਰਤ ਭਈ ਗਰਭ ਕੋ ਤਬ ਹੀ, ਉਸ ਵੇਲੇ ਮਰਦਾਨਿਆ ਇਹ
ਜਿਹੜੀ ਦਿੱਤੀ ਹੈ ਉਹ ਗਰਭ ਨੂੰ ਧਾਰਨ ਹੋਈ। ਬੀਤ ਗਏ 7 ਸੰਮਤ ਤਾ ਜਬ ਹੀ, ਜਦੋਂ ਗਰਭ ਧਾਰਨ ਨੂੰ 100 ਸਾਲ ਬੀਤ ਗਿਆ, ਗਰਭ ਤੇਜ ਤਿਹ ਵਧਿਓ ਅਪਾਰੀ, ਉਸ ਗਰਭ ਦਾ ਬੜਾ ਤੇਜ ਪ੍ਰਤਾਪ ਹੀ ਵਧਿਆ। ਲੋਕ ਪਰਲੋਕ ਪ੍ਰਭਾ ਸਭ ਹਾਰੀ, ਲੋਕ ਪਰਲੋਕ ਤਿੰਨਾਂ ਲੋਕਾਂ ਦੀ ਜਿਸ ਨੇ ਆ ਪ੍ਰਭਾ ਸੋਭਾ ਹੀ ਨਾਸ ਕਰ ਦਿੱਤੀ। 100 ਸਾਲ ਧਾਰਨ ਤੋਂ ਇੱਥੇ ਕੋਈ ਆਸ਼ਚਰਜਤਾ ਵਾਲੀ ਗੱਲ ਨਹੀਂ ਹੈ, ਕਿਉਂਕਿ ਜਦੋਂ ਹਰਨਾਕਸ਼ ਤਪ ਕਰਨ ਗਿਆ ਸੀ, ਉਸ ਤੋਂ ਬਾਅਦ ਉਸ ਦੀ ਪਤਨੀ ਕਿਆਦੂ ਭਗਤ ਪ੍ਰਹਿਲਾਦ ਜੀ ਦੀ ਜੋ ਮਾਂ ਹੈ, ਤੇ ਉਹ ਵੀ ਇਸੇ ਤਰ੍ਹਾਂ ਕਿੰਨਾ ਸਮਾਂ ਉਸਨੇ ਗਰਭ ਧਾਰਨ ਕੀਤਾ ਸੀ। ਤੇ ਜਿਸ ਵੇਲੇ ਹੁਣ ਕਿੰਨਾ ਤਕੜਾ ਤਪ ਕੀਤਾ ਸੀ ਹਰਨਾਕਸ਼ ਨੇ, ਤੇ ਜਿਸ ਵੇਲੇ ਹਰਨਾਕਸ਼ ਵਾਪਸ ਆਇਆ ਤੇ ਭਗਤ ਪ੍ਰਹਿਲਾਦ ਬੱਚੇ ਸਨ, ਫਿਰ ਕਿੰਨਾ ਸਮਾਂ ਉਹ ਧਾਰਨ ਕੀਤਾ ਹੋਊਗਾ। ਉਦੋਂ ਤੇ ਲੱਖ ਵਰਿਆਂ ਦੀ ਉਮਰਾਂ ਹੁੰਦੀਆਂ ਸਨ ਸਤਿਯੁਗ ਵਿੱਚ। ਇਹ ਪਰਮੇਸ਼ਰ ਦੀ ਲੀਲਾ ਹੈ, ਕੁਝ ਸਮਝ ਤੋਂ ਪਰੇ ਗੱਲਾਂ ਹੁੰਦੀਆਂ ਹੈ ਜਿਹੜੀਆਂ ਸਾਡੀ ਸਮਝ ਤੋਂ ਪਰੇ ਹੈ, ਸਾਨੂੰ ਵੇਖਣ ਸੁਣਨ ਤੋਂ ਪਰੇ ਹੈ। ਸਾਡੇ ਕੋਲ ਤਾਂ ਇਹੀ ਗੱਲ ਹੈ ਵੀ ਅਸੀਂ ਨਹੀਂ ਜੀ ਮੰਨਦੇ ਇਸ ਨੂੰ, ਇਹ ਤਾਂ ਨਿਰਾ ਹੀ ਝੂਠ ਹੈ। ਪਰ ਹੁਣ ਕੋਈ ਵੀ ਪੈਦਾਇਸ਼ ਹੋਈ ਹੈ ਉਹ ਕਿਸੇ ਦੇ ਰਾਹੀਂ ਤੇ ਹੋਈ ਹੈ, ਆਪਣੇ ਆਪ ਤੇ ਕਿਸੇ ਦੀ ਹੋ ਨਹੀਂ ਗਈ। ਤੋ ਪੈਦਾਇਸ਼ ਹੋਈ ਹੈ ਜਿਹਦੇ ਕਰਕੇ ਇੱਥੇ ਵਿਸਥਾਰ ਨਾਲ ਪ੍ਰਸੰਗ ਆ ਰਿਹਾ ਹੈ। ਜਦੋਂ ਇਹੋ ਜਿਹੀਆਂ ਗੱਲਾਂ ਸੁਣ ਲਈਦੀਆਂ ਵੀ ਉਹ ਬਨਤਾ ਤੋਂ ਗਰੜ ਹੋਇਆ, ਅਦਿਤੀ ਤੋਂ ਦੇਵਤੇ, ਦਿੱਤੀ ਤੋਂ ਦੈਂਤ, ਕਦਰੂ ਤੋਂ ਨਾਗ, ਕਹਿੰਦੇ ਵੀ ਇਹ ਕਿਸੇ ਤਰ੍ਹਾਂ ਦੀ ਗੱਲ ਹੈ, ਇਹ ਸਾਡੇ ਮੰਨਣ ਵਿੱਚ ਨਹੀਂ ਆਉਂਦੀ ਹੈ। ਸਾਡੇ ਮੰਨਣ ਵਿੱਚ ਤੇ ਬਹੁਤ ਕੁਝ ਨਹੀਂ ਆਉਂਦਾ ਹੈ, ਕੀ ਉਹ ਦਸੀਏ। ਸਾਡੇ ਮੰਨਣ ਵਿੱਚ ਤੇ ਕੋਈ ਗੱਲ ਨਹੀਂ ਆਉਂਦੀ ਹੈ। ਅਸੀਂ ਤਾਂ ਕਹਿੰਦੇ ਵੀ ਨਰਕ ਸਵਰਗ ਨਹੀਂ ਹੈਗਾ, ਮੰਨਣ 'ਚ ਨਹੀਂ ਆਉਂਦਾ ਹੈ, ਇੱਥੇ ਹੀ ਹੈ ਸਭ ਕੁਝ। ਹੁਣ ਮਹਾਰਾਜ ਨੇ ਤਾਂ ਸਭ ਕੁਝ ਲਿਖਿਆ ਵੀ ਨਰਕ ਸਵਰਗ ਵੀ ਵੱਖਰਾ ਹੈ। ਅਸੀਂ ਕਹਿੰਦੇ ਹਾਂ ਵੀ ਇੱਥੇ ਹੀ ਸਭ ਕੁਝ ਨਿਬੜ ਜਾਂਦਾ, ਇੱਥੇ ਹੀ ਸਭ ਕੁਝ ਵੇਖਿਆ ਜਾਂਦਾ ਹੈ। ਅੱਗੇ ਕਿਹਨੇ ਵੇਖਿਆ ਹੈ? ਗੁਰੂ ਮਹਾਰਾਜ ਕਹਿ ਰਹੇ ਵੀ ਸੱਚਖੰਡ ਵਸੈ ਨਿਰੰਕਾਰ, ਵੀ ਅਗਲੇ ਪਾਸੇ ਸੱਚਖੰਡ ਵੀ ਹੈਗਾ ਹੈ, ਲੋਕ ਪਰਲੋਕ ਵੀ ਹੈਗਾ, ਇੱਥੇ ਉੱਥੇ ਰਖਵਾਲਾ। ਅਤੇ ਸਾਡੇ ਮੰਨਣ ਵਿੱਚ ਤਾਂ ਕੁਝ ਹੈ ਹੀ ਨਹੀਂ। ਹੁਣ ਅਸੀਂ ਕਿਹੜਾ ਸਾਨੂੰ ਮਹਾਰਾਜ ਮਨਾਵੇ? ਅਸੀਂ ਤਾਂ ਕੁਝ ਮੰਨਣਾ ਹੈ ਹੀ ਨਹੀਂ। ਅਸੀਂ ਤਾਂ ਉਹ ਮੰਨਣਾ ਜਿਹੜਾ ਸਾਡੇ ਮੰਨਣ ਵਿੱਚ ਆਏ, ਜਿਹੜਾ ਅਸੀਂ ਦੇਖ ਲਈਏ। ਪਰ ਅਸੀਂ ਇਹ ਅਵਸਥਾ ਤੋਂ ਪਰੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਵੇਖਣ ਯੋਗ ਨਹੀਂ, ਨਾ ਵੇਖ ਸਕਦੇ ਹਾਂ, ਨਾ ਸਾਡੀ ਕੋਈ ਕਮਾਈ ਹੈ ਅਤੇ ਨਾ ਸਾਡੇ ਮੰਨਣ ਵਿੱਚ ਹੀ ਆ ਸਕਦੀਆਂ। ਪੜ੍ਹੇ ਲਿਖੇ ਅਸੀਂ ਜ਼ਿਆਦੇ ਹਾਂ, ਸਾਇੰਸਦਾਨ ਅਸੀਂ ਜ਼ਿਆਦੇ ਹਾਂ। ਸਾਇੰਸਦਾਨ ਮੱਥੇ ਮਾਰ ਕੇ ਕਈ ਸਾਲ ਤੇ ਫਿਰ ਕਿਤੇ ਇੱਕ ਗੱਲ ਕੱਢਦੇ ਆ, ਉਹ ਗੁਰਬਾਣੀ ਵਿੱਚ, ਧਰਮ ਗ੍ਰੰਥਾਂ ਵਿੱਚ ਪਹਿਲਾਂ ਹੀ ਲਿਖੀਆਂ ਹੋਈਆਂ। ਇਸ ਤਰ੍ਹਾਂ ਜਿਹੜਾ ਇਹ ਸਮਝ ਲੈਣਾ ਵੀ 100 ਸਾਲ ਗਰਭ ਧਾਰਨ ਕੀਤਾ ਵੀ ਅਜੀਬੋ ਗਰੀਬ ਗੱਲ ਹੈ, ਅਤੇ ਬਿਲਕੁਲ ਹੀ ਜਿਹੜੀ ਹੈ ਹੁਜਤ ਹੈ, ਬੇਸਮਝੀ ਹੈ ਆਪਣੀ। ਵਿਆਕੁਲ ਹੋਇਆ ਬਿਦ ਭਵਨ ਸਿਧਾਰੇ, ਵਿਆਕੁਲ ਹੋ ਕੇ ਫਿਰ ਸਾਰੇ ਜਿਹੜੇ ਦੇਵਤੇ ਹੈ ਉਹ ਬ੍ਰਹਮਾ ਦੀ ਪੁਰੀ ਵਿੱਚ ਚਲੇ ਗਏ। ਘਰ ਕਾ ਬੰਧਨ ਬੈਨ ਉਚਾਰੇ, ਨਮਸਕਾਰ ਕਰਕੇ ਬਚਨ ਉਚਾਰੇ ਦੇਵਤਿਆਂ ਨੇ। ਹੇ ਲੋਕੇਸ਼ ਸਰਬ ਗਤ ਜਾਨੋ, ਕਹਿੰਦੇ ਵੀ ਹੇ ਲੋਕਾਂ ਦੇ ਮਾਲਕ ਬ੍ਰਹਮਾ ਜੀ, ਤੁਸੀਂ ਤੇ ਸਭ ਹਾਲਤ ਜਾਣਦੇ ਹੋ, ਗਤੀਵਿਧੀ। ਤੀਨ ਕਾਲ ਕੀ ਬਿਦ ਪਹਿਚਾਨੋ, ਤਿੰਨਾਂ ਸਮਿਆਂ ਦੀ ਤੁਸੀਂ ਹਾਲਤ ਜਾਣਦੇ, ਪਿੱਛੇ ਕੀ ਹੋਇਆ, ਹੁਣ ਕੀ ਹੋਣ ਡਿਆ ਤੇ ਅੱਗੇ ਕੀ ਹੋਣਾ ਹੈ। ਕਛਪ ਤੇ ਦਿਤ ਗਰਭ ਜੋ ਧਾਰਾ, ਹੇ ਬ੍ਰਹਮਾ ਜੀ, ਜਿਹੜਾ ਕਸ਼ਪ ਰਿਖੀ ਤੋਂ ਦਿੱਤੀ ਉਹਨਾਂ ਦੀ ਪਤਨੀ ਨੇ ਗਰਭ ਧਾਰਿਆ ਹੈ, ਤਿਹ ਕੋ ਹੋਇਓ ਤੇਜ ਪਾਰਾ, ਉਸ ਇਹ ਪੇਟ ਦੇ ਗਰਭ ਦਾ ਬੜਾ ਤੇਜ ਪ੍ਰਤਾਪ ਹੋ ਰਿਹਾ ਹੈ। ਜਨਮੈ ਗੋ ਤਿਸ ਤੇ ਆਸ ਕਵਨੂ, ਆਪ ਜੀ ਸਭ ਜਾਣਦੇ ਹੋ ਵੀ ਉਸ ਗਰਭ ਤੋਂ ਦੱਸੋ
ਜਿਹੜਾ ਹੈ ਕੌਣ ਐਸਾ ਜਨਮੇਗਾ। ਜੋ ਦੁਖ ਦੇਤ ਅਬ ਹੈ ਸਭ ਭਵਨੋ। ਵੀ ਜਿਹੜਾ ਹੁਣੇ ਆ ਪੇਟ ਦੇ ਵਿੱਚ ਹੋ ਕੇ ਸਾਰੇ ਤਿੰਨਾਂ ਲੋਕਾਂ ਨੂੰ ਦੁੱਖ ਦੇ ਰਹੇ ਹਨ। ਸੁਨ ਕਰ ਉਚਰੇ ਬੈਨ ਵਿਧਾਤਾ। ਸੁਣ ਕਰਕੇ ਬ੍ਰਹਮਾ ਨੇ ਬਚਨ ਕਹੇ। ਅਨਕਾਦਿਕ ਜੇ ਹੈ ਮਮਤਾਤਾ। ਕਹਿਣ ਲੱਗੇ ਵੀ ਦੇਵਤਿਓ ਜਿਹੜੇ ਸਾਡੇ ਪੁੱਤਰ ਹਨ ਚਾਰ, ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਜੋ ਪੁੱਤਰ ਹਨ ਮੇਰੇ, ਗਏ ਬਿਕੁੰਠ ਬਿਸ਼ਨ ਕੇ ਧਾਮਾ। ਉਹ ਜਿਹੜੇ ਹੈ ਉਸ ਵੇਲੇ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਬੈਕੁੰਠ ਧਾਮ ਵਿੱਚ ਗਏ ਸੀ। ਰਚਨਾ ਬਣੀ ਜਹਾਂ ਅਬਰਾਮਾ। ਜਿਸ ਬੈਕੁੰਠ ਦੀ ਬੜੀ ਸੁੰਦਰ ਹੀ ਰਚਨਾ ਬਣੀ ਹੋਈ ਸੀ। ਪਰ ਫੁੱਲਤ ਤਹ ਸਦਾ ਬਸੰਤਾ। ਉੱਥੇ ਸਦਾ ਹੀ ਬਸੰਤ ਚੜਿਆ ਰਹਿੰਦਾ, ਫੁੱਲ ਬਗੀਚੇ ਖਿੜੇ ਰਹਿੰਦੇ ਸਨ। ਸੁੰਦਰ ਖਾਗ ਮਿਲ ਕੂਜ ਕਰੰਤਾ। ਸੋਹਣੇ ਜਿਹੜੇ ਪਸ਼ੀ ਆ ਮਿਲ ਕੇ ਚਹਿਚਹਾਉਂਦੇ ਹਨ, ਉੱਥੇ ਬੋਲਦੇ ਹਨ। ਸਮ ਬਾਟਿਕਾ ਰਾਜ ਤਰੂਰੀ। ਉੱਥੇ ਬੈਕੁੰਠ ਧਾਮ ਵਿੱਚ ਫੁੱਲਾਂ ਦੀਆਂ ਜਿਹੜੀਆਂ ਸੋਹਣੀਆਂ ਬਗੀਚੀਆਂ ਸਜ ਧਜ ਰਹੀਆਂ ਸਨ। ਮਧੁਪ ਗੁੰਜਾਰ ਹੈ ਗੰਧਤ ਪੂਰੀ। ਭੌਰੇ ਜਿਹੜੇ ਬੇਅੰਤ ਸੁਗੰਧੀ ਦੇ ਗੁੰਜਾਰਾਂ ਕਰ ਰਹੇ ਸਨ। ਜਾਮੀ ਕਰ ਕੇ ਸੁਭਗ ਬਿਮਾਨਾ। ਇਹ ਦੇਵਤਿਓ ਸੋਨੇ ਦੇ ਜਿਹੜੇ ਚੰਗੇ ਵਿਮਾਨ ਪਏ ਸਨ ਉੱਥੇ ਬੈਕੁੰਠ ਧਾਮ। ਖਚੇ ਮਣਕ ਜਾਂ ਮਹਿ ਰੰਗ ਨਾਨਾ। ਜਿਨ੍ਹਾਂ ਵਿੱਚ ਨਾਨਾ ਰੰਗਾਂ ਦੇ ਮਣੀਆਂ ਜੜਤ ਕੀਤੀਆਂ ਸਨ। ਫਿਰ ਹੈ ਤਹਾਂ ਬਹੁ ਭਗਤ ਸਹਾਏ। ਉੱਥੇ ਬਹੁਤ ਜਿਹੜੇ ਭਗਤ ਸੋਭਨੀਕੀ ਫਿਰ ਰਹੇ ਸਨ, ਰਹਿੰਦੇ ਆ ਤਾਂ ਮਹਿ ਵਸ ਹੈ ਭਗਤ ਤੁਮਾਰੇ। ਜਿਨ ਸੇਵਾ ਕਰ ਬਿਸ਼ਨ ਰਜਾਏ। ਜਿਨ੍ਹਾਂ ਭਗਤਾਂ ਨੇ ਸੇਵਾ ਕਰਕੇ ਵਿਸ਼ਨੂੰ ਭਗਵਾਨ ਨੂੰ ਪ੍ਰਸੰਨ ਕੀਤਾ ਸੀ। ਫਾਟਕ ਫਟਕ ਭੀਤ ਜਹ ਸੋਹਤ। ਇਹ ਦੇਵਤਿਓ ਜਿਸ ਬੈਕੁੰਠ ਧਾਮ ਵਿੱਚ ਸੋਨੇ ਤੇ ਕੱਚ ਦੀਆਂ ਹੀ ਕੰਧਾਂ ਸੋਭਨੀਕ ਬਣੀਆਂ ਸਨ। ਤਨੇ ਰਤਾਨ ਬਨੇ ਮਨ ਮੋਹਤ। ਤਨੇ ਬਿਤਾਨ, ਇੱਥੇ ਬਿਤਾਨ ਪਾਠ ਹੈ ਜਿਸ ਵਿੱਚ ਮਨ ਨੂੰ ਮੋਹਣ ਵਾਲੇ ਚੰਦੋਏ ਜਿਹੜੇ ਤਾਣੇ ਹੋਏ ਸੀ। ਮੁਗਤਾ ਕੀ ਝਾਲਰ ਇੱਕ ਸਾਰੀ। ਮੋਤੀਆਂ ਦੀਆਂ ਝਾਲਰਾਂ ਇੱਕੋ ਜਿਹੀਆਂ ਇੱਕ ਸਾਰ। ਕਰ ਸਰੋਜ ਤਹ ਰਮਾ ਬਿਹਾਰੀ। ਉੱਥੇ ਜਿਹੜੀ ਹੈ ਆਪਣੇ ਹੱਥ ਵਿੱਚ ਕਮਲ ਲੈ ਕੇ ਤੇ ਲక్ష్ਮੀ ਜਿਹੜੀ ਫਿਰ ਰਹੀ ਹੈ। ਨੂਪਰਾਦ ਹੈ ਭੂਖਨ ਜੇ। ਆ ਨੂਪਰ ਕਹੀਏ ਜਿਹੜੇ ਝਾਂਜਰਾਂ ਆਦਿਕ ਗਹਿਣੇ ਹਨ। ਅੰਗ ਹਲੇ ਤਨਕਾਰ ਹੈ ਤੇ। ਚਨਕਾਰ ਹੈ ਤੇ ਜਦੋਂ ਅੰਗ ਹਿਲਦੇ ਆ ਤੇ ਉਹਨਾਂ ਦੇ ਉਹ ਛਣਕਦੇ ਆ ਗਹਿਣੇ। ਰੁਚਰ ਸਥਾਨਾ ਬਿਲੋਕਤ ਜਾਈ। ਜਿਹੜੇ ਮੇਰੇ ਪੁੱਤਰ ਹੈ ਸਨਕ ਸਨੰਦਨ ਸੰਤ ਸਨਾਤਨ ਕੁਮਾਰ, ਉਹ ਇਹ ਸੋਹਣੇ ਬੈਕੁੰਠ ਵਾਲੇ ਸਥਾਨ ਨੂੰ ਜਦੋਂ ਜੀ ਕਰਦਾ ਵੇਖਣ ਚਲੇ ਜਾਇਆ ਕਰਦੇ ਸੀ। ਸਨਕਾਦਿਕ ਜੇ ਚਾਰੋਂ ਭਾਈ। ਜੋ ਚਾਰੋਂ ਭਰਾਏ ਸਨਕ ਸਨੰਦਨ ਸੰਤ ਕੁਮਾਰ ਮੇਰੇ ਪੁੱਤਰ। ਚੌਕੀ ਕਸ਼ਟ ਉਲੰਘੇ ਜਬ ਹੀ। ਜਦੋਂ ਹੀ ਉਹ ਮੇਰੇ ਪੁੱਤਰ ਚਾਰੋਂ ਭਰਾ ਆ ਛੇਕ ਜਿਹੜੇ ਆ ਚੌਂਕੀਆਂ ਲੰਘੇ, ਡਿਓੜੀਆਂ ਲੰਘੇ ਆ ਬੈਕੁੰਠ ਧਾਮ ਦੀਆਂ। ਸਭ ਤਾਂ ਪੌਰ ਗਾਏ ਚੱਲ ਤਬ ਹੀ। ਉਸ ਵੇਲੇ ਜਦੋਂ ਸਤਵੇਂ ਪੌੜ ਦੇ ਡਿਓੜੀ ਵਿੱਚ ਗਏ ਐ। ਤਹ ਜੋ ਹੋਤੇ ਠਾਂਡੇ ਦਰਵਾਨਾ। ਉਸ ਡਿਓੜੀ ਉੱਪਰ ਜਿਹੜੇ ਜੈ ਦੇ ਵਿਜੇ ਨਾਮ ਦੇ ਦਰਵਾਨਚੀ ਦਰਬਾਰੀ ਪਹਿਰੇਦਾਰ ਖੜੇ ਸਨ। ਬੈਠ ਰਾਏ ਤਿਨਹ ਅਟਕਾਨਾ। ਉਹਨਾਂ ਦਰਵਾਨਚੀਆਂ ਨੇ ਬੈਂਤ ਜਿਹੜੇ ਆ ਸੋਟੀ ਜੀ ਗਾਂਹ ਨੂੰ ਕਰਕੇ ਤੇ ਮੇਰੇ ਪੁੱਤਰ ਸਨਕ ਸੰਦਨ ਹੋਣਾ ਨੂੰ ਰੋਕਿਆ। ਪੰਜ ਬਰਖ ਜਿਨ ਬੈਸ ਸਦਾਈ। ਜਿਨ੍ਹਾਂ ਸਨਕ ਸੰਦਨ ਹੋਣਾ ਦੀ ਹਮੇਸ਼ਾ ਹੀ 5 ਸਾਲ ਜਿਹੜੀ ਉਮਰ ਰਹਿੰਦੀ ਸੀ।
ਇਹਨਾਂ ਨੇ ਭਗਤੀ ਕਰਕੇ ਵਾਰੀ ਲਿਆ ਹੋਇਆ ਸੀ ਵੀ ਹੇ ਪਰਮੇਸ਼ਰ ਸਾਡੀ 5 ਸਾਲ ਤੋਂ ਵੱਧ ਉਮਰ ਨਾ ਹੋਵੇ, ਇਹਦੇ ਵਿੱਚ ਹੀ ਸਰੀਰ ਛੱਡ ਦਈਏ ਤੇ ਫਿਰ ਜਨਮ ਲੈਂਦਿਆਂ ਭਗਤੀ ਕਰੀਏ 5 ਸਾਲ ਤੱਕ। ਤੇ ਉਹ ਵੀ ਜਦੋਂ ਜਵਾਨੀ ਆ ਜਾਂਦੀ ਉਦੋਂ ਵਿਕਾਰ ਸਤਾਉਂਦੇ ਆ, ਬੁਢੇਪੇ ਵਿੱਚ ਵੀ ਸਰੀਰ ਕਮਜ਼ੋਰ ਹੋ ਜਾਂਦਾ ਹੈ, ਬੰਦਗੀ 'ਚ ਫਰਕ ਪੈਂਦਾ। 5 ਸਾਲ ਦੀ ਉਮਰ ਵਿੱਚ ਹੀ ਰਹਿ ਕੇ ਤੇਰੀ ਬੰਦਗੀ ਕਰੀਏ ਵਰ ਲਿਆ ਹੋਇਆ ਸੀ। ਉਂਝ ਭਾਵੇਂ ਉਹ ਉਮਰ ਬੱਚਿਆਂ ਵਾਲੀ ਸੀ 5 ਸਾਲ, ਪਰ ਉਹ ਬੱਚਿਆਂ ਵਰਗੇ ਨਹੀਂ ਸਨ। ਤਤ ਬੇਤੇ ਸਨ ਪਰਮਹੰਸ, ਪਰਮਹੰਸ ਦੇਸ਼ ਬਸਨ ਬਨਾਈ। ਜਿਹੜੇ ਪਰਮਹੰਸ ਤਤ ਬੇਤੇ ਬ੍ਰਹਮ ਗਿਆਨੀ ਸੀ ਤੇ ਜਿਨ੍ਹਾਂ ਨੇ ਆ ਦਿਸ਼ਾ ਨੂੰ ਹੀ ਆਪਣੇ ਵਸਤਰ ਬਣਾਇਆ ਹੋਇਆ ਸੀ, ਦਿਗੰਬਰ ਸਨ, ਨੰਗ ਧੜਾਂਗੇ ਰਹਿੰਦੇ ਸਨ। ਸਦਾ ਗਿਆਨ ਘਨ ਜਾਵਤ ਰੋਕੇ, ਜੋ ਹਮੇਸ਼ਾ ਹੀ ਗਿਆਨ ਦੇ ਵਿੱਚ ਹੀ ਇੱਕ ਰਸ ਰਹਿੰਦੇ ਆ ਤੇ ਉਹਨਾਂ ਨੂੰ ਜਾਂਦਿਆਂ ਜਦੋਂ ਇਹ ਜੈ ਤੇ ਵਿਜੇ ਨੇ ਰੋਕਿਆ। ਦਰਵਾਨਨ ਦੇਸ਼ ਰਖਨਾ, ਲੋਕੇ ਦਰਵਾਨਨ ਦੇਸ਼ ਰਖਨ ਬਿਲੋਕੇ। ਇਹ ਸਨਕ ਸਨੰਦ ਹੋਣਾ ਨੇ ਉਹ ਜੈ ਵਿਜੇ ਦਰਵਾਂਚੀਆਂ ਦੀ ਤਰਫ ਤੱਕਿਆ। ਕਹਿਣ ਲੱਗੇ ਇੱਕ ਪ੍ਰਭ ਪੈ ਜਾਈ, ਕਹਿ ਲੱਗੇ ਉਹ ਦਰਵਾਂਚਿਓ ਇੱਕ ਤੇ ਆ ਭਗਵਾਨ ਦੇ ਪਾਸ ਚਲੇ ਜਾਂਦੇ ਆ ਨਿਸੰਗ ਹੋ ਕੇ। ਏਕਨ ਕੋ ਰੋਕੋ ਤੇ ਇਹ ਥਾਈ, ਇੱਕ ਨਾ ਨੂੰ ਤੁਸੀਂ ਆ ਥਾਂ ਤੇ 7ਵੇਂ ਪੌੜ ਦਰਵਾਜ਼ੇ ਤੇ ਰੋਕ ਲੈਂਦੇ ਹੋ। ਭੇਦ ਦ੍ਰਿਸ਼ਟ ਜੋ ਕਰਨ ਹਾਰੇ, ਤੁਸੀਂ ਤੇ ਆ ਭੇਦ ਦ੍ਰਿਸ਼ਟੀ ਕਰਨ ਵਾਲੇ ਹੋ ਰਹੇ ਹੋ, ਵੱਖਰੀ ਦ੍ਰਿਸ਼ਟੀ ਵਾਲੇ ਹੋ ਵੀ ਇੱਕ ਨਾ ਨੂੰ ਤੁਸੀਂ ਭੇਜ ਦਿੰਦੇ ਹੋ ਤੇ ਇੱਕ ਨਾ ਨੂੰ ਤੁਸੀਂ ਇੱਥੇ ਰੋਕ ਲੈਂਦੇ ਹੋ। ਰਹਿਨ ਉਚਿਤ ਨਹ ਪ੍ਰਭ ਦਰਬਾਰੇ, ਇਸ ਕਰਕੇ ਤੁਸੀਂ ਇਹ ਪ੍ਰਭੂ ਦੇ ਦਰਬਾਰੇ ਬੈਕੁੰਠ ਦੇ ਦਰਬਾਰ ਦੇ ਅੱਗੇ ਨੇ ਦਰਵਾਜ਼ੇ ਦੇ ਅੱਗੇ ਰਹਿਣ ਯੋਗ ਨਹੀਂ ਹੋ ਤੁਸੀਂ। ਅਸਰ ਬੁੱਧ ਤੁਮ ਨਾ ਇਹ ਧਾਰੀ, ਤੁਸਾਂ ਨੇ ਦੈਂਤਾਂ ਵਾਲੀ ਬੁੱਧੀ ਇਹ ਧਾਰੀ ਹੋਈ ਹੈ ਜਿਹੜੀ ਭੇਦ ਦ੍ਰਿਸ਼ਟੀ। ਜਾਏ ਧਰਹੁ ਤਨ ਧਰਨ ਮਜਾਰੀ, ਜਾਓ ਹੁਣ ਤੁਸੀਂ ਇਹ ਧਰਤੀ ਉੱਪਰ ਜਾ ਕੇ ਸਰੀਰ ਧਾਰੋ। ਸਮ ਦ੍ਰਿਸ਼ਟੀ ਗੁਣਾ ਸਰਬ ਸਮੇਤਾ, ਇਹ ਪ੍ਰਭੂ ਦੇ ਦਰਬਾਰ ਦੇ ਉੱਪਰ ਤੇ ਜਿਹੜੇ ਸਮ ਦ੍ਰਿਸ਼ਟੀ ਹੈ ਤੇ ਸਾਰੇ ਗੁਣਾਂ ਦੇ ਸਮੇਤ ਹੋਵੇ ਉਹ ਲੱਗਣਾ ਚਾਹੀਦਾ ਹੈ। ਆਸੇ ਚਾਹੀਤ ਪ੍ਰਭੂ ਨਿਕੇਤਾ, ਭਗਵਾਨ ਦੇ ਘਰ ਬੈਕੁੰਠ ਦੇ ਅੱਗੇ ਐਸੇ ਜਿਹੜੇ ਚਾਹੀਦੇ ਦਰਬਾਨ 'ਚ ਜਿਹੜੇ ਸਮ ਦ੍ਰਿਸ਼ਟੀ ਹੋਣ, ਸਭ ਨੂੰ ਬਰਾਬਰ ਦੇਖਣ ਵਾਲੇ ਤੇ ਗੁਣਾਂ ਦੇ ਸਮੇਤ ਹੁਣ ਸਾਰਿਆਂ ਦੇ। ਸੁਨ ਕਰ ਸਰਾਪ ਭਏ ਪੈਮਾਨਾ, ਸੁਣ ਕਰਕੇ ਇਹ ਸਰਾਪ ਉਹ ਜੈ ਤੇ ਵਿਜੇ ਬੜੇ ਭੈਮਾਨ ਹੋਏ। ਜੈ ਅਰ ਵਿਜੈ ਨਾਮ ਜਿਨ ਜਾਨਾ, ਜਿਨ੍ਹਾਂ ਦਾ ਨਾਮ ਜੈ ਤੇ ਵਿਜੇ ਕਰਕੇ ਜਾਣਿਆ ਜਾਂਦਾ ਸੀ। ਮੈਂ ਕਰਨਾ ਲਾਗੇ ਕਰ ਜੋਰੀ, ਉਸ ਵੇਲੇ ਭੈ ਮੰਨ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਜੈ ਤੇ ਵਿਜੇ। ਦਇਓ ਸਰਾਪ ਤੁਮ ਨਾ ਦੁਖ ਕੋਰੀ, ਕਹਿਣ ਲੱਗੇ ਹੇ ਸਨਕ ਸਨੰਦ ਰਿਖੀ ਜੀ, ਤੁਸਾਂ ਨੇ ਤੇ ਸਾਨੂੰ ਬੜਾ ਹੀ ਦੁੱਖ ਭਿਆਨਕ ਦੇਣ ਵਾਲਾ ਸ਼ਰਾਪ ਦੇ ਦਿੱਤਾ ਹੈ। ਧਾਰ ਅਨੁਗ੍ਰਹੋ ਅਸਬਰ ਦੀਜਾ, ਸਾਡੇ ਉੱਪਰ ਕਿਰਪਾ ਧਾਰ ਕੇ ਐਸਾ ਵਰ ਦੇਣਾ ਕਰੀਏ। ਜਾਂ ਤੇ ਪ੍ਰਭੂ ਨਾਰਦ ਭੁਲੀਜਾ, ਵੀ ਠੀਕ ਹੈ ਅਸੀਂ ਦੈਂਤਾਂ ਦਾ ਸਰੀਰ ਭਾਵੇਂ ਧਾਰ ਹੀ ਲਈਏ, ਪਰ ਸਾਨੂੰ ਜੋ ਪ੍ਰਭੂ ਹੈ ਪਰਮੇਸ਼ਰ ਭਗਵਾਨ ਉਹ ਨਾਰੀ ਦੇ ਵਿੱਚੋਂ ਭੁੱਲੇ ਕਦੀ। ਸਰਾਪ ਅੰਤ ਪੁਨ ਦੇਹੋ ਬਤਾਈ, ਫਿਰ ਇਹ ਦਿੱਤੇ ਹੋਏ ਸ਼ਰਾਪ ਦਾ ਅੰਤ ਵੀ ਕਦੋਂ ਹੋਣਾ ਹੈ, ਖਾਤਮਾ ਕਦੋਂ ਹੋਣਾ ਹੈ ਵੀ ਸਾਨੂੰ ਦੱਸ ਦਿਓ ਰਿਖੀ ਜੀ। ਹਮ ਆਏ ਤੁਮ ਪਗ ਸਰਨਾਈ, ਅਸੀਂ ਆ ਪ੍ਰਭੂ ਦੇ ਜਿਹੜੇ ਦਰਬਾਨ 'ਚ ਜੈ ਤੇ ਵਿਜੇ ਹੈ ਤੁਹਾਡੇ ਚਰਨ ਕਮਲਾਂ ਦੇ ਸ਼ਰਨ ਆਏ ਹਾਂ। ਤਿਨ ਕੀ ਬਿਨਾ ਸ਼ਰੋਨ ਸੁਨ ਜਾਬਹੀ, ਉਹਨਾਂ ਦੀ ਬੇਨਤੀ ਜਦੋਂ ਸੁਣੀਏ ਕੰਨਾਂ ਵਿੱਚ ਸਨਕ ਸਨੰਦਨ ਹੋਣਾ ਚਵਾਂ ਭਰਾਵਾਂ ਨੇ। ਬੋਲੇ ਪਰਮ ਰਖੀਸਵਰ ਤਬਹੀ, ਉਸ ਵੇਲੇ ਇਹ ਰਿਖੀਆਂ ਦੇ ਵੱਡੇ ਰਿਸ਼ੀ ਜਿਹੜੇ 5 ਸਾਲ ਦੀ ਉਮਰ ਹੀ ਭਗਤੀ ਕਰਦੇ ਫਿਰ
ਸਰੀਰ ਛੱਡ ਜਾਂਦੇ। ਸਨਕ ਸਨੰਦ ਉਸ ਵੇਲੇ ਬੋਲੇ ਐ, ਸਹਿ ਕਰ ਸਰਾਪ ਦਾਤ ਤਨ ਪਾਵੋ। ਕਹਿੰਦੇ ਵੀ ਆ ਸਾਡਾ ਸਰਾਪ ਨੂੰ ਸਹਾਰ ਕਰਕੇ ਦੈਂਤਾਂ ਵਾਲਾ ਸਰੀਰ ਪਾਓ ਜਾ ਕੇ। ਜਾਏ ਭੂਮਾ ਤਦ ਰਾਜ ਕਮਾਵੋ। ਮਾਤ ਭੂਮੀ ਦੇ ਉੱਪਰ ਜਾ ਕਰਕੇ ਦੈਂਤਾਂ ਉੱਪਰ ਰਾਜ ਭਾਗ ਕਮਾਉਣਾ ਕਰੋ ਤੁਸੀਂ। ਸ੍ਰੀ ਪ੍ਰਭ ਵਿਸ਼ਨ ਧਰ ਹੈ ਅਵਤਾਰਾ। ਸ਼੍ਰੀ ਭਗਵਾਨ ਵਿਸ਼ਨੂੰ ਇਸ ਅਵਤਾਰ ਧਾਰਨਗੇ। ਤਿਨਕੇ ਹਾਥ ਹੋਏ ਸੰਗਾਰਾ। ਸਾਡੇ ਸਰਾਪ ਦਾ ਅੰਤ ਦੱਸਦੇ ਆਂ ਵੀ ਭਗਵਾਨ ਵਿਸ਼ਨੂੰ ਅਵਤਾਰ ਧਾਰਨਗੇ ਤੇ ਤੁਹਾਡਾ ਉਹਨਾਂ ਦੇ ਹੱਥੋਂ ਸੰਘਾਰ ਹੋਏਗਾ, ਅੰਤ ਹੋਏਗਾ। ਤੀਨ ਜਨਮ ਧਰ ਭੂਮ ਮਜਾਰੇ। ਹੁਣ ਤੁਸੀਂ ਜਾਓ 3 ਜਨਮ, ਤਿੰਨ ਯੁੱਗਾਂ ਵਿੱਚ 3 ਜਨਮ ਧਾਰੋ ਧਰਤੀ ਉੱਪਰ। ਪੁਨ ਆਵੋ ਸ਼੍ਰੀ ਪ੍ਰਭ ਦਰਬਾਰੇ। ਫਿਰ ਉਹ ਤੋਂ ਆਧਾਰ ਤੋਂ ਬਾਅਦ ਇਹ ਪ੍ਰਭੂ ਦੇ ਬੈਕੁੰਠ ਧਾਮ ਦੁਆਰੇ ਤੇ ਬਾਅਦ ਵਿੱਚ ਆਓ। ਬਾਤ ਲਖੀ ਜਬ ਕਮਲਾ ਕੰਤਾ। ਇੱਧਰ ਜੋ ਲక్ష్ਮੀ ਦੇ ਪਤੀ ਹੈ ਵਿਸ਼ਨੂੰ ਭਗਵਾਨ, ਜਦੋਂ ਉਹਨਾਂ ਨੇ ਗੱਲ ਜਾਣੀ ਹੈ ਵੀ ਐਵੇਂ ਸਾਡੇ ਭਗਤ ਸਨਕ ਸਨੰਦਨ ਹੋਣੀ ਆ ਰਹੇ ਸਨ, ਜੈ ਵਿਜੇ ਨੇ ਰੋਕਿਆ ਨਾ ਸਰਾਪ ਦੇ ਦਿੱਤਾ ਹੈ। ਤੇ ਜਦੋਂ ਉਹਨਾਂ ਇਹ ਗੱਲ ਜਾਣੀ ਹੈ, ਦੌਰੇ ਸਭ ਤਹ ਤਜੇ ਤੁਰੰਤ। ਆਪਣੇ ਸਾਰੇ ਬੈਕੁੰਠ ਧਾਮ ਦੇ ਦਰਬਾਰੀ ਛੱਡ ਕੇ ਆ ਭੱਜੇ ਹਨ। ਪਰਮਹੰਸ ਲੱਖ ਭਗਤ ਵਿਸਾਲਾ। ਪਰਮਹੰਸ ਤਤ ਬੇਤੇ ਬ੍ਰਹਮ ਗਿਆਨੀ ਸਨਕ ਸਨੰਦ ਹੋਣਾ ਨੂੰ ਵੱਡੇ ਭਗਤ ਜਾਣ ਕੇ। ਕ੍ਰੋਧ ਸ਼ਿਮਾ ਪਨ ਤਿਨ ਹੈ ਕਿਰਪਾਲਾ। ਹੁਣ ਕਈ ਕਹਿ ਦਿੰਦੇ ਵੀ ਵੇਖੋ ਇੱਕ ਪਾਸੇ ਬ੍ਰਹਮ ਗਿਆਨੀ ਹੈ ਤਤ ਬੇਤੇ, ਫਿਰ ਸਰਾਪ ਕਾਹਦਾ। ਪਰ ਇਹ ਤੇ ਵੇਖੋ ਆਉਣ ਵਾਲਾ ਇਤਿਹਾਸ ਵੇਖੋ 3 ਯੁੱਗਾਂ ਦਾ ਇਤਿਹਾਸ ਹੈ, ਥੋੜਾ ਬਹੁਤਾ ਨਹੀਂ ਬਣਿਆ ਹੈ ਇਸ ਇੰਨੇ ਬਚਨ ਨਾਲ ਹੀ। ਫਿਰ ਇੰਨੀ ਜਿਹੜੀ ਲੀਲਾ ਹੋਣੀ ਉਹ ਕਿਵੇਂ ਹੋਵੇ ਜੇ ਆ ਕਿਸੇ ਨੂੰ ਕੁਝ ਕਿਹਾ ਹੀ ਨਾ ਜਾਵੇ। ਹੁਣ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਪਰਮੇਸ਼ਰ ਰੂਪ ਹੈ ਤੇ ਉਹਨਾਂ ਜਦੋਂ ਉਹਨਾਂ ਦੇ ਭਰਾ ਕਹਿੰਦੇ ਵੀ ਸਾਡੇ ਭਰਾ ਤੇ ਸੀਤਲਾ ਦੇ ਖਾਜ ਹੈ, ਬਾਬਾ ਰਾਮ ਰਾਏ ਜੀ ਕਹਿ ਰਹੇ ਸਨ। ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਵੀ ਠੀਕ ਹੈ, ਸਾਡੇ ਭਰਾ ਦਾ ਬਚਨ ਹੈ, ਕਿਉਂਕਿ ਪਿਤਾ ਜੀ ਨੇ ਕਿਹਾ ਸੀ ਵੀ ਤੁਹਾਡਾ ਕੋਈ ਬਚਨ ਨਹੀਂ ਖਾਲੀ ਜਾਏਗਾ, ਤੇ ਉਹ ਵੀ ਪੂਰਾ ਕਰਨਾ, ਉਹ ਵੀ ਪੂਰਾ ਕੀਤਾ ਤੇ ਆਪ ਵੀ ਕੀਤਾ ਵੀ ਇਹ ਜਿਹੜਾ ਸੜ ਮੱਚ ਕੇ ਹੀ ਜਾਣਗੇ। ਤੇ ਗੁਰੂ ਜੀ ਤਾਂ ਹੁਣ ਕਿਸੇ ਨਾਲ ਵੈਰ ਤੇ ਹੈ ਨਹੀਂ, ਉਹ ਬਚਨ ਕੀਤੇ ਕਿ ਨਹੀਂ ਕੀਤੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਉਹ ਜਦੋਂ ਲਾਹੌਰ ਤੋਂ ਕਾਨੇ ਭਗਤ ਹੋਣੇ ਆਏ, ਉਹ ਮੱਥਾ ਲਾਉਣ ਲੱਗੇ ਹੈ ਵੀ ਤੁਹਾਡੇ ਸਰੀਰ ਨੂੰ ਬੜਾ ਕਸ਼ਟ ਹੋਏਗਾ, ਤੁਹਾਡਾ ਸਰੀਰ ਸੜੇ ਮੱਚੇਗਾ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਕਹਿਣ ਲੱਗੇ ਵੀ ਠੀਕ ਹੈ ਵੀ ਤੁਸਾਂ ਨੇ ਭਗਤੀ ਕੀਤੀ ਹੈ, ਤੁਹਾਡਾ ਬਚਨ ਵੀ ਪੂਰਾ ਕਰਨਾ ਹੈ, ਪਰ ਤੁਸੀਂ ਵੀ ਜਿਹੜਾ ਲਾਹੌਰ ਸਹੀ ਸਲਾਮਤ ਨਹੀਂ ਜਾਓਗੇ, ਰਸਤੇ ਵਿੱਚ ਹੀ ਨਾਸ ਹੋ ਜਾਓਗੇ। ਫਿਰ ਉਹ ਰੱਥ ਦਾ ਪਹੀਆ ਜਾਂ ਨੰਗਿਆ ਸੀ ਤੇ ਜਿਹੜਾ ਸਿਰ ਦਾ ਟੋਟਰ ਜੀ ਜਿਹੜੀ ਭੱਜ ਗਈ ਸੀ ਉੱਥੇ ਹੀ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੀ ਸਮਦ੍ਰਿਸ਼ਟੀ ਨਹੀਂ ਸਨ, ਪਰ ਜਿਹੋ ਜਿਹਾ ਹੁਣ ਸੁਭਾਅ ਹੈ ਉਹਦੇ ਮੁਤਾਬਕ ਸਾਰਿਆਂ ਨੂੰ ਜਿਹੜਾ ਪਾਉਣਾ ਹੀ ਪੈਂਦਾ ਕਰਮਾਂ ਅਨੁਸਾਰ ਫਲ। ਕਈ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਸੋਚਦੇ ਆ ਵੀ ਵੇਖੋ ਇੱਕ ਪਾਸੇ ਜੀ ਬ੍ਰਹਮ ਗਿਆਨੀ ਕਹਿੰਦੇ ਆ, ਇੱਕ ਪਾਸੇ ਆ ਬਚਨ ਕਰ ਦਿੱਤਾ ਹੈ, ਇਹ ਕਿੱਦਾਂ ਦੀ ਬ੍ਰਹਮ ਗਿਆਨੀ ਪੁਣਾ ਹੈ ਇਹਦੇ। ਪਰ ਅਸੀਂ ਜਦੋਂ ਇਤਿਹਾਸ ਵੱਲ ਝਾਤੀ ਮਾਰਾਂਗੇ ਸਮੇਂ ਦੇ ਨਾਲ ਫਿਰ ਪਤਾ ਲੱਗੇਗਾ। ਤੇ ਯੁੱਗਾਂ ਦੀ 3 ਯੁੱਗਾਂ ਦੀ ਕਥਾ ਬਣੀ ਹੈ ਇਹ ਇੰਨੇ ਬਚਨ ਦੇ ਨਾਲ ਹੀ। ਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਨਹੀਂ ਜ਼ਿਕਰ ਆ ਰਿਹਾ ਇਹਨਾਂ ਦਾ, ਦੱਸੋ ਤੁਸੀਂ? ਸਾਰੇ ਥਾਂ ਹੀ ਆ ਰਿਹਾ ਹੈ। ਕਿੱਥੇ ਨਹੀਂ ਜ਼ਿਕਰ ਆ ਰਿਹਾ ਵਰਾਹ ਅਵਤਾਰ ਦਾ, ਜਿਹਦੀ ਆ ਕਥਾ ਹੁਣ ਚੱਲ ਰਹੀ ਹੈ। ਵਰਾਹ ਅਵਤਾਰ ਦਾ ਕਥਨ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਆਇਆ ਹੈ। ਜੇ ਆਪਾਂ ਹੁਣ ਪ੍ਰਾਣ ਦੀ ਕਥਾ ਹੀ ਸਾਰੀ ਕਰ ਦਈਏ ਨਾ ਮਿੱਥਿਆ, ਤੇ ਇਹਦਾ ਮਤਲਬ ਵੀ ਗੁਰੂ ਜੀ ਨੇ ਵੀ ਉਹ ਜਿਹੜਾ ਲਿਖ ਦਿੱਤੇ ਆ ਅੱਖਰ ਸਾਖੀਆਂ ਟੂਕ ਮਾਤਰ ਇਸ਼ਾਰਿਆਂ ਦੇ ਕੇ ਫਿਰ ਉਹ ਸਾਰੇ ਮਿੱਥਿਆ ਕਰਕੇ ਰੱਖ ਦੇਵਾਂਗੇ ਅਸੀਂ।
ਸਾਡਾ ਮਤਲਬ ਜਿਹੜਾ ਗਿਆਨ ਹੈ ਉਹ ਦੂਜਿਆਂ ਨੂੰ ਡੋਬਣ ਵਾਲਾ, ਨਾ ਕਿ ਧਾਰਨ ਵਾਲਾ। ਇਹ ਤੇ ਕੋਈ ਮੁਖ ਤੋਂ ਬਚਨ ਕਹਿਣਾ ਹੈ, ਬੜਾ ਸੋਚ ਵਿਚਾਰ ਕੇ ਕਹਿਣਾ ਬਣਦਾ। ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ, ਮੁਖੋਂ ਬੋਲ ਦਿੱਤਾ ਤੇ ਸਿਆਣੇ ਮਹਾਂਪੁਰਸ਼ ਵਿਚਾਰ ਕੱਢ ਲੈਂਦੇ ਵੀ ਕਿੰਨੇ ਕੁ ਜੋਗਾ ਹੈ, ਕਿੰਨੀ ਕੁ ਅਵਸਥਾ ਦਾ ਮਾਲਕ ਹੈ, ਇਹਨੇ ਜਿਹੜਾ ਬਚਨ ਕੀਤਾ ਤੇ ਕਿੱਥੇ ਮੇਲ ਖਾਂਦਾ, ਕਿੱਥੇ ਨਹੀਂ ਖਾਂਦਾ। ਇਹ ਮੂੰਹ ਦੀ ਕਿਹੜੀ ਗੱਲ ਹੈ ਸਾਧ ਸੰਗਤ ਜੀ। ਇਹ ਜਿਹੜਾ ਜ਼ੁਬਾਨ ਹੈ ਇਹ ਮੂੰਹ ਤੇ ਹੈ ਕਮਾਨ ਵਾਂਗ ਹੈ, ਜਿਹੜਾ ਇਹਦੋਂ ਬਚਨ ਨਿਕਲਦਾ ਉਹ ਤੀਰ ਵਾਂਗ ਹੈ। ਜਿਵੇਂ ਕਮਾਨ ਚੋਂ ਨਿਕਲਿਆ ਤੀਰ ਕਿਤੇ ਨਾ ਕਿਤੇ ਵੱਜਣਾ ਹੀ ਵੱਜਣਾ, ਛੁੱਟ ਗਿਆ ਤੇ ਵਾਪਸ ਨਹੀਂ ਆਉਣਾ। ਇਹ ਮੁਖ ਤੋਂ ਜਿਹੜੀ ਗੱਲ ਨਿਕਲ ਗਈ ਉਹ ਵਾਪਸ ਨਹੀਂ ਆਉਣੀ ਹੈ। ਇਸ ਕਰਕੇ ਜਦੋਂ ਕੋਈ ਵੀ ਗਿਆਨ ਦਾ ਬਚਨ ਕਹਿਣਾ, ਉਹਨੂੰ ਬੜਾ ਲੰਬਾ ਸੋਚ ਵਿਚਾਰ ਕੇ ਕਹਿਣਾ ਚਾਹੀਦਾ ਹੈ। ਮਹਾਰਾਜ ਜੀ ਸਾਨੂੰ ਸਮੱਤ ਬਖਸ਼ਣ। ਇਸ ਤਰ੍ਹਾਂ ਕਹਿੰਦੇ ਆ ਵੀ ਆਪਣੇ ਤਤ ਬੇਤੇ ਪਰਮਹੰਸੀ ਵੱਡੇ ਭਗਤ ਜਾਣ ਕੇ ਭਗਵਾਨ ਨੇ ਕ੍ਰੋਧ ਸ਼ਿਮਾਪਨ ਤਿਨਹਿ ਕਿਰਪਾਲਾ। ਉਹਨਾਂ ਦਾ ਕ੍ਰੋਧ ਜਿਹੜਾ ਗੁੱਸਾ ਹੈ ਉਹਨੂੰ ਸ਼ਾਂਤ ਕਰਨ ਵਾਸਤੇ ਕਿਰਪਾਲੂ ਭਗਵਾਨ ਭਾਗ ਨੰਗੇ ਆਏ ਚੱਲ ਦੁਆਰਾ। ਅੱਜ ਨੰਗੇ ਚਰਨੀ ਜਿਹੜਾ ਚੱਲ ਕੇ 7ਵੇਂ ਪੌੜ ਚੌਂਕੀ ਦੇ ਉੱਪਰ ਆ ਗਏ, ਦਰਵਾਜ਼ੇ ਉੱਪਰ। ਕੇਵਲ ਜਿਨ ਕੋ ਪ੍ਰੇਮ ਪਿਆਰਾ। ਜਿਸ ਭਗਵਾਨ ਨੂੰ ਸਿਰਫ ਪ੍ਰੇਮ ਹੀ ਪਿਆਰਾ, ਉਸ ਨੂੰ ਹੋਰ ਕੁਝ ਨਹੀਂ ਚਾਹੀਦਾ। ਆਪਣੇ ਚਰਨਾਂ ਰਖਨ ਦਿਖਰਾਏ। ਹੇ ਦੇਵਤਿਓ, ਇਹ ਬ੍ਰਹਮਾ ਜੀ ਸੁਣਾ ਰਹੇ ਸਨ। ਕਹਿੰਦੇ ਦੇਵਤਿਓ, ਜਦੋਂ ਹੀ ਭਗਵਾਨ ਵਿਸ਼ਨੂੰ ਨੇ ਆਪਣੇ ਚਰਨ ਇਹ ਸਨਕ ਸਨੰਦਰ ਰਿਖੀਆਂ ਨੂੰ ਦਿਖਾਏ ਐ, ਰੋਸ ਸਪੂਰਨ ਸ਼ਾਂਤ ਕਰਾਏ। ਸਾਰਾ ਜਿਹੜਾ ਰੋਸ ਗੁੱਸਾ ਉਹ ਸ਼ਾਂਤ ਕਰ ਦਿੱਤਾ ਹੈ। ਸ਼ਾਮ ਸਰੂਪ ਅਨੂਪਮ ਲੋਨਾ। ਇੱਥੇ ਭਗਵਾਨ ਦਾ ਸਰੂਪ ਦੱਸ ਰਹੇ, ਜੋ ਸ਼ਾਮ ਸਰੂਪ ਹੈ, ਅਨੂਪਮ ਬੜਾ ਸੁੰਦਰ। ਪ੍ਰੇਥਨ ਤਾਮ ਪ੍ਰੇਥਨ ਤਾਂਬ ਪ੍ਰੇਥਨ ਤਾਂਬ ਜਿਨ ਕੀ ਸ਼ਬ ਕੋ ਨਾ। ਆ ਜਿਹੜੇ ਪੱਟ, ਇਹ ਵੀ ਪੱਟ ਤੇ ਤਬਲਬਾਜ਼ ਬੜੇ ਚੌੜੇ, ਜਿਨ੍ਹਾਂ ਦੇ ਬਰਾਬਰ ਕੋਈ ਛਵੀ ਨਹੀਂ ਹੈ। ਸ਼ੁਦਰ ਘੰਟਕਾ ਬਦੀ ਸੁਹਾਵਨਾ। ਬੱਦੀ ਸੁਹਾਵਣ, ਲੱਕ ਦੇ ਨਾਲ ਜਿਹੜੀ ਹੈ ਤੜਾਗੀ ਬੰਨੀ ਹੋਈ ਹੈ ਸੋਭਨੀਕ। ਗਰ ਮਹ ਬਨ ਮਾਲਾ ਮਨ ਭਾਵਨਾ। ਕੰਠ ਦੇ ਵਿੱਚ ਮਨ ਨੂੰ ਚੰਗੀ ਭਾਉਣ ਵਾਲੀ ਲੱਗਣ ਵਾਲੀ ਬਨਮਾਲਾ ਪਾਈ ਹੈ, ਵੈ ਜੰਤੀ ਮਾਲਾ। ਚਾਰ ਭੁਜਾ ਮਹ ਭੂਖਨ ਚਾਰੂ। ਚਾਰ ਬਾਹਾਂ ਹੈ, ਚਾਰ ਬਾਹਾਂ ਦੇ ਵਿੱਚ ਹੀ 4 ਸੁੰਦਰ ਗਹਿਣੇ ਹਨ। ਕੰਕਨ ਮੁੰਦਰਿਕ ਅੰਗਦ ਧਾਰੂ। ਕੜੇ ਪਹਿਨੇ ਹੋਏ ਹੈ, ਮੁੰਦਰਾਂ ਛੱਲੇ ਪਹਿਨੇ ਹੋਏ ਹੈ, ਆ ਬੋਟੇ ਧਾਰਨ ਕੀਤੇ ਹਨ। ਉਦਰ ਤ੍ਰਿਵਲੀ ਸੰਜੋਤ ਰਾਜਤ। ਪੇਟ ਉੱਪਰ 3 ਵਾਲ ਦੇ 3 ਵਾਲ ਹੈ। ਪੇਟ ਦੇ ਜਿਹੜੇ 3 ਵਾਲ ਹੈ, 3 ਵਾਲਾਂ ਦੇ ਸਹਿਤ ਬੜੇ ਸੋਭਨੀਕ ਸਜ ਰਿਹਾ ਪੇਟ। ਉਨਤ ਕੰਦ ਬਿਰਖਬ ਸਮ ਸਾਜਤ। ਪਹਿਲਾਂ ਪੜ੍ਹਨਾ ਨਹੀਂ ਹੁੰਦਾ। ਉਨਤ ਕੰਧ ਬ੍ਰਿਖਬ ਸਮ ਸਾਜਤ, ਜਿਹੜੇ ਆ ਕੰਧੇ ਮੋਢੇ ਹੈ ਬੜੇ ਉੱਚੇ ਹੈ, ਜਿਵੇਂ ਬਲਦ ਦੀ ਬਨ ਹੁੰਦੀ ਹੈ, ਬਲਦ ਦੀ ਬਨ ਸਮਾਨ ਫਬ ਰਹੇ ਹੈ। ਰੁਚਿਰ ਚਿਬਕ ਮੁਸ਼ਕਿਆਨਕ ਪੋਲੰ। ਠੋਡੀ ਬੜੀ ਸੁੰਦਰ ਹੈ, ਗੱਲਾਂ ਜਿਹੜੀਆਂ ਹੱਸ ਰਹੀਆਂ ਹਨ। ਜਿਨ ਪਰ ਸੋਹਤ ਕੁੰਡਲ ਲੋਲੰ। ਜਿਨ੍ਹਾਂ ਗੱਲਾਂ ਉੱਪਰ ਆ ਕੁੰਡਲ ਬੜੇ ਚੰਚਲ ਹੋ ਕੇ ਸੋਭਨੀਕ ਹੋ ਰਹੇ ਹੈ। ਬ੍ਰਿਦਰਮ ਬਿਦਰਮ ਅਦਰ ਦਸਨ ਜਨ ਹੀਰੰ। ਜਨ ਹੀਰੰਗ, ਜਿਹੜੇ ਮੂੰਗਿਆਂ ਦੇ ਵਾਂਗ ਲਾਲ ਸੁਰਖ ਬੁੱਲ ਹਨ। ਦੰਦ ਤੇ ਮਾਨੋ ਹੀਰੇ ਹੀ ਹੈ, ਹੀਰਿਆਂ ਵਰਗੇ ਦੰਦ ਹਨ। ਫਿਰ ਕੁਟੀ ਧਨਖ ਨਾਸਕਾ ਕੀ ਰੰਗ। ਅੱਖਾਂ ਦੇ ਜਿਹੜੇ ਪਰਵੱਟੇ ਹੈ ਬੜੇ ਟੇਢੇ ਧਨਖ ਵਾਂਗ। ਨਾਸਾਂ ਜਿਹੜੇ ਨੱਕ ਹੈ ਤੋਤੇ ਵਾਂਗ ਹੈ ਤਿੱਖਾ। ਕੁੰਤਲ ਲਲਿਤ ਅਲਕ ਅਹਸ਼ਾਨੰ। ਇਸੇ ਤਰ੍ਹਾਂ ਹੀ ਜਿਹੜੇ ਹੈ
ਕੁੰਤਲ ਕੇਸ ਹਨ ਬੜੇ ਸੁੰਦਰ ਹੈ, ਜ਼ੁਲਫਾਂ ਸੱਪ ਦੇ ਬੱਚਿਆਂ ਵਾਂਗ ਹਨ ਕਾਲੀਆਂ। ਲੋਚਨ ਉਤਪਲ ਦਲ ਸ਼ਬ ਭੌਨੰ, ਨੇਤਰ ਕਬਲ ਦੇ ਪੱਤਿਆਂ ਵਾਂਗ ਚੌੜੇ ਐ, ਛਵੀ ਦਾ ਤੇ ਘਾਰੀ ਐ। ਚਿਤਵਨ ਚਾਰ ਮਹਾ ਸੁਖਕਾਰੀ, ਜਿਹੜੀ ਤੱਕਣੀ ਐ ਬੜੀ ਸੋਹਣੀ ਮਹਾਨ ਸੁਖ ਕਰਨ ਵਾਲੀ ਹੈ। ਕਰੀਟ ਜਿਹ ਉਪਮਾ ਭਾਰੀ, ਜਿਸ ਭਗਵਾਨ ਦੇ ਸੀਸ ਉੱਪਰ ਮੁਕਟ ਹੈ, ਜਿਸ ਮੁਕਟ ਦੀ ਬੜੀ ਭਾਰੀ ਉਪਮਾ ਹੈ। ਲਏ ਛਤਰ ਆਏ ਭ੍ਰਿਤ ਪਾਛੇ, ਉਸ ਵੇਲੇ ਜਦੋਂ ਭਗਵਾਨ ਨੰਗੇ ਚਰਨੀ ਮੁਕਟ ਤੋਂ ਬਿਨਾਂ ਹੀ ਜਦੋਂ ਨੰਗੇ ਚਰਨੀ ਭੱਜ ਆਏ ਹੈ, ਤੇ ਜਿਹੜੇ ਉਹ ਸੇਵਕ ਸਨ ਦਰਬਾਰੀ ਬੈਕੁੰਠ ਵਿੱਚ, ਉਹ ਪਿੱਛੇ ਛਤਰ ਲੈ ਕੇ ਭੱਜ ਕੇ ਆਏ ਹਨ। ਜਸ ਸਾਮਾ ਮੁਕਤਾ ਝਾਲਰ ਆਛੇ, ਜਿਸ ਉਹ ਛਤਰ ਦੀਆਂ ਚੰਦਰਮਾ ਵਰਗੀਆਂ ਮੋਤੀਆਂ ਦੀਆਂ ਝਾਲਰਾਂ ਬਹੁਤ ਚੰਗੀਆਂ ਹਨ। ਚਮਰ ਚਾਰ ਢੋਲਤ ਚਹ ਔਰੇ, ਚਾਰੇ ਤਰਫੀ ਚਾਰ ਸ਼ਫੇਰੇ ਜਿਹੜਾ ਚੌਰ ਸਾਹਿਬ ਉਹ ਹੋ ਰਹੇ ਹਨ। ਬਿਜਨ ਸੁਭਗ ਆਨਿਓ ਤਿਹ ਦੌਰੇ, ਬਿੰਜਨ ਜਿਹੜਾ ਪੱਖਾ ਬੜਾ ਸ੍ਰੇਸ਼ਟ ਚੰਗਾ, ਉਹ ਦਾਸਾਂ ਨੇ ਦੌੜ ਕੇ ਉੱਥੇ ਲਿਆਏ ਐ। ਰਖੀਨ ਦੇਖ ਦਰਸ ਅਤਰੂਰਾ, ਇੱਧਰ ਹੇ ਭਾਈ ਮਰਦਾਨਾ, ਜਿਵੇਂ ਬ੍ਰਹਮਾ ਸੁਣਾ ਰਿਹਾ ਸੀ, ਉਹ ਕਹਿੰਦੇ ਆ ਵੀ ਇਹ ਰਿਖੀਆਂ ਸਨਕ ਸਨੰਦਨ ਹੋਣਾ ਨੇ ਐਸਾ ਸੋਹਣਾ ਦਰਸ਼ਨ ਦੇਖ ਕੇ ਭਗਵਾਨ ਦੇ ਸਰੂਪ ਦਾ। ਕੋਟਿਕ ਚਾਂਦਨ ਮੁਖ ਸ਼ਬ ਪੂਰਾ, ਮੁਖ ਦੀ ਛਵੀ ਦੇ ਨਾਲ, ਮੁਖ ਦੀ ਛਵੀ ਨਾਲ ਭਰਿਆ ਹੋਇਆ ਕਰੋੜਾਂ ਚੰਦਰਮਾ ਵੀ ਨਹੀਂ ਉਸ ਸਮਾਨ। ਅਨੇਕ ਭਾਂਤ ਕੀ ਉਸਤਤ ਕਰਕਾ, ਅਨੇਕਾਂ ਤਰ੍ਹਾਂ ਨਾਲ ਹੀ ਭਗਵਾਨ ਦੀ ਉਸਤਤ ਕਰਕੇ ਸਨਕ ਸਨੰਦਨ ਹੋਣੀ। ਬੰਧਨ ਕੀਨਾ ਦੰਡਵਤ, ਬੰਧਨ ਕੀਨ ਦੰਡਵਤ ਪਰਕੈ, ਬੰਧਨ ਕੀਨ ਦੰਡਵਤ ਪਰਕੈ, ਡੱਡਾ ਨਹੀਂ ਪੜਨਾ, ਦੱਦਾ ਪੜਨਾ। ਇੱਥੇ ਨਮਸਕਾਰ ਕੀਤੀ ਹੈ ਡੰਡੇ ਵਾਂਗ ਪੈ ਕੇ ਸਿੱਧਾ ਹੋ ਕੇ। ਮਨ ਪਛਤਾਏ ਬੰਦ ਦੁਇ ਹੱਥਾ, ਮਨ ਵਿੱਚ ਬਹੁਤ ਦੋਵੇਂ ਹੱਥ ਜੋੜੇ ਤੇ ਮਨ ਵਿੱਚ ਬਹੁਤ ਪਛਤਾਏ ਹੈ ਸਨਕ ਸਨੰਦਨ। ਕਹਿਣ ਲੱਗੇ ਹੇ ਪ੍ਰਭ ਜਗਨਾਥਾ, ਕਹਿਣ ਲੱਗੇ ਉਸ ਵੇਲੇ ਹੇ ਪ੍ਰਭੂ ਭਗਵਾਨ ਜਗਤ ਦੇ ਮਾਲਕ, ਬਿਨ ਅਪਰਾਧ ਸਰਾਪ ਹਮ ਦੀਨਾ, ਹੇ ਭਗਵਾਨ ਤੁਹਾਡੇ ਜੈ ਤੇ ਵਿਜੇ ਦਰਬਾਰਚੀਆਂ ਨੂੰ ਆ ਬਿਨਾਂ ਅਪਰਾਧ ਗੁਨਾਹ ਅਸਾਂ ਨੇ ਸ਼ਰਾਪ ਦੇ ਦਿੱਤਾ ਹੈ। ਕਰਹੁ ਸ਼ਿਮਾਪਨ ਆਪ ਪਰਬੀਨਾ, ਇਹ ਅੰਤਰਜਾਮੀ ਭਗਵਾਨ ਜੀ ਆਪ ਹੀ ਹੁਣ ਸਾਨੂੰ ਮਾਫ ਕਰੋ। ਸੁਨ ਕਰ ਬਿਸ਼ਨ ਸਕਲ ਗੁਣ ਖਾਨੀ, ਸੁਣ ਕਰਕੇ ਸਨਕ ਸਨੰਦਨ ਤੋਂ ਵਿਸ਼ਨੂੰ ਭਗਵਾਨ ਜੋ ਸਾਰੇ ਗੁਣਾਂ ਦੀ ਖਾਨ ਹਨ। ਮੁਸਕਤ ਮధుਰ ਕਹਿਤ ਮ੍ਰਿਦ ਬਾਨੀ, ਫਿਰ ਉਸ ਵੇਲੇ ਭਗਵਾਨ ਹੱਸਦੇ ਹੋਏ ਬੜੇ ਮਿੱਠੇ ਤੇ ਕੋਮਲ ਬਾਣੀ ਬਚਨ ਕਹਿਣ ਲੱਗੇ। ਤੁਮਰੋ ਦੁਖ ਨਾ ਯਾਮੈ ਕੋਈ, ਕਹਿੰਦੇ ਸਨਕ ਸਨੰਦਨ ਸੰਤ ਸਨਾਤਨ ਕੁਮਾਰ ਮੇਰੇ ਭਗਤੋ, ਤੁਹਾਡਾ ਕੋਈ ਦੋਸ਼ ਔਗਣ ਨਹੀਂ ਹੈ ਇਸ ਵਿੱਚ। ਯਹ ਸਭ ਸੰਮਤ ਮੇਰੋ ਹੋਈ, ਇਹ ਜੋ ਕੁਝ ਵੀ ਹੋਇਆ ਮੇਰੇ ਅਨੁਸਾਰ, ਮੇਰੀ ਮਰਜ਼ੀ ਦੇ ਅਨੁਸਾਰ ਹੀ ਹੋਇਆ ਸਭ। ਆਸ ਕਹਿ ਸੁੰਦਰ ਮੰਦਰ ਮਾਹੀ, ਇਸ ਤਰ੍ਹਾਂ ਕਹਿ ਕਰਕੇ ਜੋ ਸੋਹਣਾ ਮੰਦਰ ਬੈਕੁੰਠੋ ਦੇ ਵਿੱਚ ਲੈ ਬੈ ਸਾਰੇ ਪਿਖ ਸੁਖ ਪਾਹੀ, ਭਗਤਾਂ ਨੂੰ ਆਪਣੇ ਨਾਲ ਲੈ ਕਰਕੇ ਤੇ ਬਿਠਾਏ ਹੈ, ਜਿਨ੍ਹਾਂ ਨੇ ਸਨਕ ਸਨੰਦਨ ਹੋਣਾ ਨੇ ਭਗਵਾਨ ਨੂੰ ਦੇਖ ਕੇ ਬੜਾ ਸੁਖ ਪਾਇਆ ਹੈ। ਯਹ ਪ੍ਰਸੰਗ ਸਭ ਅਮਰਨ ਸੰਗਾ, ਇਹ ਸਾਰਾ ਜਿਹੜਾ ਪ੍ਰਸੰਗ ਸੀ ਦੇਵਤਿਆਂ ਦੇ ਨਾਲ। ਵਿਦਿਓ ਸੁਨਾਇਓ ਸਹਤ ਮੰਗਾ, ਇਹ ਭਾਈ ਮਰਦਾਨਾ ਇਹ ਬ੍ਰਹਮਾ ਨੇ ਬੜੇ ਉਤਸ਼ਾਹ ਉਮੰਗ ਸਹਿਤ ਚਾਅ ਦੇ ਨਾਲ ਇਹ ਦੇਵਤਿਆਂ ਨੂੰ ਸੁਣਾਇਆ ਸੀ, ਜਿਵੇਂ ਅਸਾਂ ਨੇ ਤੁਹਾਨੂੰ ਸੁਣਾ ਦਿੱਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪੁਰਾਣਾ ਦੀ ਜਿਹੜੀ ਸਾਖੀ ਕਹਾਣੀ ਹੈ, ਤੇ ਉਹ ਜਿਵੇਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਤੇ ਉਹ ਵਿਸਥਾਰ ਨਾਲ ਸੁਣਾਈ ਹੈ, ਆਪਾਂ ਵੀ ਸਰਵਣ ਕੀਤੀ ਹੈ।
ਜਿਹੜੇ ਇਹੋ ਜਿਹੇ ਕੋਈ ਪ੍ਰਸੰਗ ਆ ਜਾਂਦੇ ਤੇ ਉਹਨੂੰ ਜਿਹੜੇ ਕੋਈ ਡੂੰਘਾਈ ਨਾਲ ਨਹੀਂ ਸੋਚਦੇ ਵਿਚਾਰਦੇ, ਉਹ ਕਹਿੰਦੇ ਆ ਵੀ ਇਹ ਕੈਸੀ ਕਥਾ ਹੈ, ਵੀ ਗੁਰੂ ਘਰ ਵਿੱਚ ਕੀ ਹੋ ਰਿਹਾ ਹੈ, ਉਹ ਇਸ ਤਰ੍ਹਾਂ ਦੀ ਵਿਚਾਰਾਂ ਸੋਚਦੇ ਆ। ਪਰ ਉਹ ਜੇ ਗੁਰਬਾਣੀ ਪੜ੍ਹ ਲੈਣ ਕੋਈ ਸਾਲ ਖੰਡ ਲਾ ਕੇ, ਕਿ ਮਹਾਂਪੁਰਸ਼ ਦੀ ਸੰਗਤ ਕਰ ਲੈਣ, ਤੇ ਉਹਨਾਂ ਨੂੰ ਸਭ ਪਤਾ ਚੱਲ ਜਾਏਗਾ ਵੀ ਕਥਾ ਦਾ ਮਤਲਬ ਕੀ ਹੈ, ਵੀ ਕਿੱਥੇ ਕੀ ਲਿਖਿਆ ਹੈ, ਕਿਉਂ ਲਿਖਿਆ ਹੈ, ਕਾਰਨ ਕੀ ਹੈ, ਸਭ ਪਤਾ ਚੱਲ ਜਾਏਗਾ। ਅਸੀਂ ਤੇ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਨਹੀਂ ਕਰਦੇ, ਹੁਣ ਅਨਰਥ ਕਰਦੇ ਹਾਂ ਰੋਜ਼। ਤੇ ਜਿਹੜੇ ਹੁਣ ਅਨਰਥ ਕਰਨ ਗਿੱਜੇ ਹੋਣ, ਉਹ ਇਹੋ ਜਿਹੀਆਂ ਗੱਲਾਂ ਨੂੰ ਬਿਲਕੁਲ ਸਮਝ ਨਹੀਂ ਸਕਦੇ। ਗੁਰਬਾਣੀ ਦੀ ਵੱਡੀ ਡੂੰਘਾਈ ਹੈ। ਗੁਰੂ ਸਾਹਿਬ ਜੀ ਨੇ ਕੋਈ ਪੱਖ ਨਹੀਂ ਛੱਡਿਆ ਹੈ, ਸਭ ਪੱਖ ਦਿੱਤੇ ਹੋਏ ਹੈ। ਇਹ ਤੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਹਰ ਇੱਕ ਪ੍ਰਮਾਣ ਸਾਨੂੰ ਗੁਰਬਾਣੀ 'ਚ ਮਿਲੇਗਾ। ਇਹੀ ਪ੍ਰਸੰਗ ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਪੜ੍ਹਿਆ, ਉੱਥੋਂ ਪੜ੍ਹ ਸਕਦੇ, ਵਿੱਚ ਲਿਖਿਆ ਹੋਇਆ ਹੈ। ਬਚਿੱਤਰ ਨਾਟਕ 'ਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਹੁਣ ਅਸੀਂ ਆਪਣੀ ਕਥਾ ਕਹਿੰਦੇ ਹਾਂ, ਉਹ ਤੋਂ ਪਹਿਲਾਂ ਸਾਰੇ ਇਹ ਦੇਵਤਿਆਂ ਦੀ ਅਵਤਾਰਾਂ ਦੀ ਕਥਾ ਕਹੀ ਸੀ, ਵੀ ਜਿਹੜੇ ਜਿਹੜੇ ਆਏ ਆ ਜਿਨ੍ਹਾਂ ਨੇ ਆਪਣਾ ਨਾਮ ਜਪਾਇਆ ਹੈ। ਅਤੇ ਉੱਥੇ ਜਿਹੜਾ ਇਹ ਦੱਸਿਆ ਹੋਇਆ ਵੀ ਜਿਹੜਾ ਦਸ਼ ਪ੍ਰਜਾਪਤ ਰਾਜਾ ਹੋਇਆ, ਉਹਦੇ ਘਰ 10,000 ਲੜਕੀਆਂ ਹੋਈਆਂ, ਜਿਹਦਾ ਇੱਕ ਦਾ ਨਾਮ ਸੀ ਬਿਨਤਾ, ਕਦਰੂ, ਦਿੱਤ, ਅਦਿੱਤ। ਇਹ ਰਿਖ ਬਰੀ ਬਣਾਏ ਨਾਗ, ਨਾਗਰਿਪ ਜਿਹੜੇ ਨਾਗ ਹੈ, ਅਤੇ ਨਾਗਾਂ ਦਾ ਵੈਰੀ ਕੌਣ ਗਰੜ ਹੈ, ਅਤੇ ਦੇਵਤੇ ਹੈ, ਦੈਂਤ ਹੈ, ਉਹ ਸਾਰੇ ਬਣਾਏ। ਇਹਨਾਂ ਚੌਹਾਂ ਤੋਂ ਪੈਦਾ ਹੋਏ ਸਨ। ਦਿੱਤੀ ਤੋਂ ਦੈਂਤ ਪੈਦਾ ਹੋਏ, ਹਰਨਾਕਸ਼ ਅਤੇ ਹਿਰਨ ਕੱਛਪ। ਫਿਰ ਅਤੇ ਜਿਹੜੇ ਹੈ ਕਦਰੂ ਹੈ, ਉਹ ਤੋਂ ਨਾਗ ਪੈਦਾ ਹੋਇਆ। ਚਿੰਨੇ ਨਾਗਾਂ ਦੀਆਂ ਕਿਸਮਾਂ ਹੈ। ਬਨਤਾ ਤੋਂ ਜਿਹੜੀ ਬਿਨਤਾ ਹੈ, ਕਸ਼ਪ ਦੀ ਰਿਖੀ ਦੀ ਘਰ ਵਾਲੀ, ਉਹ ਤੋਂ ਗਰੜ ਪੈਦਾ ਹੋਇਆ। ਅਤੇ ਜਿਹੜੇ ਅਦਿੱਤੀ ਸੀ, ਉਹ ਤੋਂ ਦੇਵਤੇ ਪੈਦਾ ਹੋਏ। ਦਸਮ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੋਇਆ ਹੈ। ਇਸ ਤਰ੍ਹਾਂ ਇਹ ਜਿਹੜੇ ਪ੍ਰਸੰਗ ਹੈ, ਸਿੱਧਾ ਇਹੀ ਕਹਿ ਕੇ ਵੀ ਪੁਰਾਣਾਂ ਵਿੱਚ ਲਿਖਿਆ ਹੋਇਆ ਵੀ ਮਿੱਥਿਆ ਜੀ, ਝੂਠ ਹੈ ਜੀ। ਉਹਨੂੰ ਝੂਠ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਸਾਹਿਬ ਦੇ ਬਚਨਾਂ ਨੂੰ ਕੱਟਣਾ ਪਏਗਾ, ਫਿਰ ਜਾ ਕੇ ਅਸੀਂ ਪ੍ਰਾਣ ਨੂੰ ਕਿਸੇ ਕੱਟ ਸਕਾਂਗੇ। ਮਹਾਰਾਜ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ ਕਿ ਅਸੀਂ ਚੰਗੀ ਵਿੱਦਿਆ ਲੈ ਕੇ ਕਿਸੇ ਮਹਾਂਪੁਰਸ਼ ਦੀ ਜਿਹੜੀ ਸੰਤ ਕਰਕੇ ਸਿੱਖਿਆ, ਉਹਨਾਂ ਦੀ ਸੰਗਤ ਕਰਕੇ ਅਸੀਂ ਇਸ ਜੀਵਨ ਵਿੱਚ ਵਿਚਰੀਏ, ਸਾਡਾ ਭਲਾ ਹੋ ਸਕੇ, ਫਿਰ ਹੀ ਸਾਡਾ ਜਿਹੜਾ ਜਨਮ ਸਕਾਰਥਾ ਹੋ ਸਕਦਾ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ ਇੱਥੇ ਹੀ ਸਮਾਪਤੀ ਕਰੀਏ ਜੀ। ਅਸ ਕਹਿ ਸੁੰਦਰ ਮੰਦਰ ਮਾਹੀ, ਲੈ ਪੈ ਸਾਰੇ ਪਿਖ ਸੁਖ ਪਾਹੀ। ਯਹ ਪ੍ਰਸੰਗ ਸਭ ਅਮਰਨ ਸੰਗਾ, ਵਿਦਹ ਸੁਨਾਇਓ ਸਹਤ ਉਮੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।